ਮਾਸਟਰ ਸੁਲਤਾਨ ਮਸੀਹ ਜੀ ਦਾ ਜਨਮ 15 ਮਈ 1965 ਈਸਵੀ ਵਿੱਚ ਪੰਜਾਬ ਦੇ ਲੁਧਿਆਣੇ ਜ਼ਿਲ੍ਹੇ ਦੇ ਸਲੇਮਟਾਬਰੀ ਮੁਹੱਲੇ ਵਿੱਚ ਹੋਇਆ। ਉਹਨਾਂ ਦੇ ਪਿਤਾ ਦਾ ਨਾਂ ਸਫੀ ਸੀ ਤੇ ਮਾਤਾ ਦਾ ਨਾਂ ਫਾਮਾ ਸੀ ਤੇ ਉਹਨਾਂ ਦੇ 2 ਭੈਣਾਂ ਤੇ 1 ਭਰਾ ਸਨ। ਉਹਨਾਂ ਦੇ ਪਿਤਾ ਜੀ ਰਿਕਸ਼ਾ ਚਲਾਉਂਦੇ ਸਨ, ਜਿਸ ਨਾਲ ਘਰ ਦਾ ਗੁਜ਼ਾਰਾ ਹੁੰਦਾ ਸੀ ਤੇ ਕਈ ਵਾਰ ਤਾਂ ਘਰ ਦੀਆਂ ਸਮੱਸਿਆਵਾਂ ਕਾਰਨ ਘਰ ਦੇ ਜੀਆਂ ਨੂੰ ਰੋਟੀ ਖਾਣ ਦਾ ਹੁਕਮ ਵੀ ਨਹੀਂ ਸੀ ਹੁੰਦਾ। ਕਰੀਬ 8 ਸਾਲ ਤੋਂ ਲੈ ਕੇ 16 ਸਾਲ ਦੀ ਉਮਰ ਤੱਕ ਪਾਸਟਰ ਸੁਲਤਾਨ ਜੀ ਨੇ ਕਾਫੀ ਦੁੱਖ ਦੇਖਿਆ। 1972 ਤੋਂ ਹੀ ਪਾਸਟਰ ਸੁਲਤਾਨ ਜੀ ਦੇ ਮਾਤਾ ਜੀ ਬਿਮਾਰ ਰਹਿੰਦੇ ਸਨ, ਜਿਸ ਕਾਰਨ ਉਹਨਾਂ ਦਾ ਬਚਪਨ ਦੁੱਖਾਂ ਵਿੱਚ ਹੀ ਗੁਜ਼ਰਿਆ ਤੇ ਘਰ ਦੇ ਹਾਲਾਤ ਇੰਨੇ ਮਾੜੇ ਹੋ ਗਏ ਸਨ ਕਿ ਕੋਈ ਰਿਸ਼ਤੇਦਾਰ ਵੀ ਉਹਨਾਂ ਨੂੰ ਨਹੀਂ ਸੀ ਪੁੱਛਦਾ। ਨਾ ਕੋਈ ਉਹਨਾਂ ਨੂੰ ਰੋਟੀ ਦਿੰਦਾ ਸੀ, ਨਾ ਕੱਪੜਾ ਤੇ ਨਾ ਹੀ ਕੋਈ ਕਿਸੇ ਹੋਰ ਪ੍ਰਕਾਰ ਦੀ ਮਦਦ ਹੀ ਕਰਦਾ ਸੀ। 1980 ਈਸਵੀ ਤੋਂ ਪਾਸਟਰ ਜੀ ਦੇ ਪਰਿਵਾਰ ਵਿੱਚ ਦਿਨ ਪ੍ਰਤੀ ਦਿਨ ਮੁਸ਼ਕਿਲਾਂ ਵੱਧਦੀਆਂ ਜਾ ਰਹੀਆਂ ਸਨ, ਜਿਸ ਕਾਰਨ ਉਹ ਬਹੁਤ ਪਰੇਸ਼ਾਨ ਰਹਿੰਦੇ ਸਨ। ਪਾਸਟਰ ਵੀਰਾ ਜੀ, ਜੋ ਕਿ ਮਖੂ ਦੇ ਰਹਿਣ ਵਾਲੇ ਹਨ, ਉਹਨਾਂ ਨੇ ਪਾਸਟਰ ਸੁਲਤਾਨ ਜੀ ਨੂੰ ਯੀਸ਼ੂ ਮਸੀਹ ਬਾਰੇ ਦੱਸਿਆ ਤੇ ਪਾਸਟਰ ਜੀ ਨੇ ਇਹ ਦਾਅਵਾ ਕੀਤਾ ਕਿ ਅਗਰ ਉਹਨਾਂ ਦੇ ਮਾਤਾ ਜੀ ਚੰਗੇ ਹੋ ਜਾਣਗੇ ਤਾਂ ਉਹ ਆਪਣਾ ਜੀਵਨ ਪ੍ਰਭੂ ਲਈ ਦੇ ਦੇਣਗੇ। ਪਾਸਟਰ ਜਰਨੈਲ ਜੀ ਦੁਆਰਾ ਪਾਸਟਰ ਸੁਲਤਾਨ ਮਸੀਹ ਜੀ ਨੇ ਪ੍ਰਭੂ ਯੀਸ਼ੂ ਮਸੀਹ ਨੂੰ ਗ੍ਰਹਿਣ ਕੀਤਾ ਤੇ ਆਪਣਾ ਜੀਵਨ ਯੀਸ਼ੂ ਮਸੀਹ ਦੇ ਨਾਲ ਲਗਾ ਦਿੱਤਾ ਤੇ ਕੁਝ ਹੀ ਦਿਨਾਂ ਵਿੱਚ ਉਹਨਾਂ ਦੇ ਮਾਤਾ ਜੀ ਚੰਗੇ ਹੋ ਗਏ ਅਤੇ ਉਹਨਾਂ ਦੀਆਂ ਹੋਰ ਘਰ ਦੀਆਂ ਪਰੇਸ਼ਾਨੀਆਂ ਵੀ ਦੂਰ ਹੋ ਰਹੀਆਂ ਸਨ। ਪ੍ਰਭੂ ਯੀਸ਼ੂ ਮਸੀਹ ਨੂੰ ਗ੍ਰਹਿਣ ਕਰਨ ਤੋਂ ਬਾਅਦ ਪਾਸਟਰ ਸੁਲਤਾਨ ਜੀ ਕਦਵਾਈ ਨਗਰ ਪਾਸਟਰ ਜਰਨੈਲ ਜੀ ਦੇ ਚਰਚ ਜਾਣ ਲੱਗੇ ਤੇ ਪਾਸਟਰ ਜਰਨੈਲ ਜੀ ਨਾਲ ਹੀ ਪਿੰਡਾਂ ਸ਼ਹਿਰਾਂ ਵਿੱਚ ਜਾ ਕੇ ਸੇਵਾ ਕਰਨ ਲੱਗੇ। ਪਰ ਉਹਨਾਂ ਦੇ ਘਰਦਿਆਂ ਨੂੰ ਇਹ ਸਭ ਪਸੰਦ ਨਹੀਂ ਸੀ, ਜਿਸ ਕਾਰਨ ਉਹਨਾਂ ਦੇ ਘਰ ਰੋਜ਼ ਲੜਾਈ ਹੁੰਦੀ ਸੀ ਤੇ ਕਈ ਵਾਰ ਤਾਂ ਆਪਣੇ ਘਰਦਿਆਂ ਤੋਂ ਤੰਗ ਆ ਕੇ ਪਾਸਟਰ ਸੁਲਤਾਨ ਜੀ ਨੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਵੀ ਕੀਤੀ। ਪਰ ਖੁਦਾ ਦੀ ਯੋਜਨਾ ਉਹਨਾਂ ਲਈ ਕੁਝ ਹੋਰ ਹੀ ਸੀ। ਘਰਦਿਆਂ ਤੋਂ ਇਲਾਵਾ ਲੋਕ ਵੀ ਉਹਨਾਂ ਨੂੰ ਬਹੁਤ ਕੁਝ ਕਹਿੰਦੇ ਸਨ। ਲੋਕ ਉਹਨਾਂ ਦੀ ਬਾਈਬਲ ਨੂੰ ਦੇਖ ਕੇ ਮਜ਼ਾਕ ਕਰਦੇ ਸਨ, ਪਰ ਉਹਨਾਂ ਨੇ ਆਪਣੀ ਲਗਨ ਨੂੰ ਘੱਟ ਨਹੀਂ ਹੋਣ ਦਿੱਤਾ ਤੇ ਖੁਦਾ ਵਿੱਚ ਚੱਲਦੇ ਰਹੇ। 15 ਜੂਨ 1986 ਵਿੱਚ ਪਾਸਟਰ ਸੁਲਤਾਨ ਜੀ ਦਾ ਵਿਆਹ ਧਰਮਕੋਟ ਵਿਖੇ ਰਹਿਣ ਵਾਲੀ ਸਰਬਜੀਤ ਨਾਮਕ ਲੜਕੀ ਨਾਲ ਹੋਇਆ। ਵਿਆਹ ਤੋਂ ਬਾਅਦ ਉਹਨਾਂ ਦੀ ਪਤਨੀ ਨੇ ਵੀ ਪ੍ਰਭੂ ਯੀਸ਼ੂ ਮਸੀਹ ਨੂੰ ਗ੍ਰਹਿਣ ਕੀਤਾ ਤੇ ਉਹਨਾਂ ਨਾਲ ਪ੍ਰਭੂ ਦੀ ਮਹਿਮਾ ਕਰਨ ਲੱਗੇ। 1988 ਵਿੱਚ ਪਾਸਟਰ ਸੁਲਤਾਨ ਜੀ ਨੇ ਸੇਵਕਾਈ ਦੀ ਬੁਲਾਹਟ ਨੂੰ ਸੁਣਿਆ ਤੇ ਸੇਵਕਾਈ ਕਰਨ ਦਾ ਨਿਸ਼ਚੈ ਕੀਤਾ। ਸਭ ਤੋਂ ਪਹਿਲਾਂ ਉਹਨਾਂ ਨੇ ਸੁਭਾਸ਼ ਨਗਰ ਵਿੱਚ ਇੱਕ ਪਰਿਵਾਰ ਦੇ ਰਾਹੀਂ ਸੰਗਤੀ ਕਰਨੀ ਸ਼ੁਰੂ ਕਰ ਦਿੱਤੀ। 1999 ਵਿੱਚ ਉਹਨਾਂ ਨੇ ਇੱਕ ਝੌਂਪੜੀ ਬਣਾਈ, ਜਿੱਥੇ ਕਿ ਇਸ ਸਮੇਂ ਦਾ ਟੈਂਪਲ ਆਫ ਗੋਡ ਚਰਚ ਹੈ। ਝੌਂਪੜੀ ਬਣਾ ਕੇ ਸੇਵਕਾਈ ਕਰਨੀ ਸ਼ੁਰੂ ਕਰ ਦਿੱਤੀ। ਉਸ ਝੌਂਪੜੀ ਵਿੱਚ ਉਹਨਾਂ ਨੂੰ ਬਹੁਤ ਸਾਰੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਉਸ ਜਗ੍ਹਾ ਦੇ ਆਸ-ਪਾਸ ਕੋਈ ਰਿਹਾਇਸ਼ ਨਹੀਂ ਸੀ। ਲੋਕ ਆਸ-ਪਾਸ ਕੂੜਾ ਸੁੱਟਦੇ ਸੀ। ਬਿਜਲੀ ਤੇ ਪਾਣੀ ਦਾ ਵੀ ਕੋਈ ਪ੍ਰਬੰਧ ਨਹੀਂ ਸੀ। ਕਿਸੇ ਹੋਰ ਜਗ੍ਹਾ ਤੋਂ ਪਾਣੀ ਭਰ ਕੇ ਲਿਆਉਣਾ ਪੈਂਦਾ ਸੀ। ਜਦੋਂ ਬਾਰਿਸ਼ ਆਉਂਦੀ ਸੀ ਤਾਂ ਝੌਂਪੜੀ ਦਾ ਸਾਰਾ ਸਮਾਨ ਤੈਰ ਕੇ ਬਾਹਰ ਚਲਾ ਜਾਂਦਾ ਸੀ। ਪਾਸਟਰ ਜੀ ਫਿਰ ਸਮਾਨ ਇਕੱਠਾ ਕਰਦੇ ਅਤੇ ਖੁਦਾ ਦੀ ਮਹਿਮਾ ਕਰਦੇ। ਇਸ ਤਰ੍ਹਾਂ ਉਹਨਾਂ ਨੇ 1991 ਤੱਕ ਝੌਂਪੜੀ ਵਿੱਚ ਹੀ ਸੇਵਾ ਕੀਤੀ। ਪਾਸਟਰ ਸੁਲਤਾਨ ਜੀ ਦੇ ਘਰ 5 ਸਾਲ ਤੋਂ ਕੋਈ ਔਲਾਦ ਨਹੀਂ ਸੀ, ਜਿਸ ਕਰਕੇ ਲੋਕ ਉਹਨਾਂ ਨੂੰ ਬਹੁਤ ਤਾਨੇ ਮੇਨੇ ਮਾਰਦੇ ਸਨ, ਪਰ ਉਹਨਾਂ ਨੇ ਕਿਸੇ ਦੀ ਗੱਲ ਵੱਲ ਧਿਆਨ ਨਹੀਂ ਦਿੱਤਾ ਤੇ ਪ੍ਰਭੂ ਦੀ ਇੱਛਾ ਨੂੰ ਪੂਰੀ ਕਰਦੇ ਰਹੇ। 1992 ਵਿੱਚ ਪਰਮੇਸ਼ਵਰ ਨੇ ਉਹਨਾਂ ਨੂੰ ਇੱਕ ਬੇਟਾ ਦਿੱਤਾ, ਜਿਸ ਦਾ ਨਾਮ ਅਲੀਸ਼ਾ ਰੱਖਿਆ। 1996 ਦੇ ਵਿੱਚ ਪਾਸਟਰ ਸੁਲਤਾਨ ਜੀ ਨੇ ਕਲੀਸਿਆ ਦੇ ਸਹਿਯੋਗ ਨਾਲ ਇੱਕ ਵੱਡਾ ਹਾਲ ਬਣਾਇਆ। ਚਰਚ ਵਿੱਚ ਪ੍ਰਚਾਰ ਕਰਨ ਦੇ ਨਾਲ-ਨਾਲ ਉਹਨਾਂ ਨੇ ਕਈ ਪਿੰਡਾਂ, ਕਸਬਿਆਂ, ਗਲੀਆਂ ਵਿੱਚ ਜਾ ਕੇ ਪ੍ਰਭੂ ਯੀਸ਼ੂ ਮਸੀਹ ਬਾਰੇ ਲੋਕਾਂ ਨੂੰ ਦੱਸਿਆ ਤੇ ਇਸ ਤਰ੍ਹਾਂ ਸੇਵਕਾਈ ਹੋਰ ਵੱਧਦੀ ਗਈ। 1998 ਵਿੱਚ ਖੁਦਾ ਨੇ ਉਹਨਾਂ ਨੂੰ ਇੱਕ ਹੋਰ ਬੇਟਾ ਦਿੱਤਾ, ਜਿਸ ਦਾ ਨਾਮ ਹਨੂਕ ਰੱਖਿਆ। 1998 ਵਿੱਚ ਹੀ ਚਰਚ ਨੂੰ ਦੂਸਰੀ ਵਾਰ ਤੋੜ ਕੇ ਵੱਡਾ ਬਣਾ ਦਿੱਤਾ ਗਿਆ, ਜਿਸ ਵਿੱਚ ਕਲੀਸਿਆ ਦਾ ਕਾਫੀ ਸਹਿਯੋਗ ਰਿਹਾ। ਪਾਸਟਰ ਸੁਲਤਾਨ ਜੀ ਨੇ ਪ੍ਰਚਾਰ ਕਰਨ ਦੇ ਨਾਲ-ਨਾਲ ਹੋਰ ਵੀ ਤਰੀਕਿਆਂ ਨਾਲ ਸੇਵਕਾਈ ਨੂੰ ਕੀਤਾ। ਉਹਨਾਂ ਨੇ 2003 ਵਿੱਚ ਹਨੂਕ ਪਬਲਿਕ ਸਕੂਲ ਦੀ ਸਥਾਪਨਾ ਕੀਤੀ, ਜਿਸ ਵਿੱਚ ਬੇਸਹਾਰਾ ਬੱਚਿਆਂ ਨੂੰ ਫ੍ਰੀ ਸਿੱਖਿਆ ਦਿੱਤੀ ਜਾਂਦੀ ਹੈ। 2009 ਵਿੱਚ ਉਹਨਾਂ ਨੇ 12 ਅਨਾਥ ਲੜਕੀਆਂ ਨੂੰ ਗੋਦ ਲਿਆ ਅਤੇ ਉਹਨਾਂ ਦੀ ਦੇਖਭਾਲ ਅਤੇ ਪੜ੍ਹਾਈ ਦਾ ਸਾਰਾ ਖਰਚਾ ਉਠਾਇਆ। ਉਹਨਾਂ ਨੇ ਕਰੀਬ 20 ਲੜਕੀਆਂ ਦੀ ਸ਼ਾਦੀ ਵੀ ਕਰਵਾਈ।
ਇਸੇ ਤਰ੍ਹਾਂ ਪਰਮੇਸ਼ਵਰ ਨੇ ਉਹਨਾਂ ਨੂੰ ਪ੍ਰਚਾਰ ਦੇ ਨਾਲ-ਨਾਲ ਹੋਰ ਸਮਾਜਿਕ ਕੰਮਾਂ ਲਈ ਵੀ ਇਸਤੇਮਾਲ ਕੀਤਾ। ਆਪਣੇ ਆਖਰੀ ਹਫ਼ਤੇ ਪਾਸਟਰ ਸੁਲਤਾਨ ਜੀ ਨੇ ਕਲੀਸਿਆ ਦੇ ਲੋਕਾਂ ਨਾਲ ਸਮਾਂ ਬਿਤਾਇਆ, ਖੁਸ਼ੀ ਨਾਲ ਸਵੇਰੇ ਉੱਠਣਾ, ਬੱਚਿਆਂ ਨੂੰ ਖਾਣਾ ਬਣਾ ਕੇ ਦੇਣਾ। ਇਸ ਤਰ੍ਹਾਂ ਉਹਨਾਂ ਨੇ ਆਪਣਾ ਆਖਰੀ ਸਮਾਂ ਬਿਤਾਇਆ। ਉਹਨਾਂ ਦੇ ਆਖਰੀ ਸਮੇਂ ਵਿੱਚ ਉਹ ਬਾਜ਼ਾਰ ਗਏ ਅਤੇ ਵਾਪਸ ਆ ਕੇ ਪ੍ਰਾਰਥਨਾ ਕੀਤੀ। ਪ੍ਰਾਰਥਨਾ ਕਰਨ ਤੋਂ ਬਾਅਦ ਜਦੋਂ ਉਹ ਬੂਟਿਆਂ ਨੂੰ ਪਾਣੀ ਦੇਣ ਲਈ ਬਾਹਰ ਗਏ ਤਾਂ 2 ਅਣਪਛਾਤੇ ਲੋਕਾਂ ਦੁਆਰਾ ਉਹਨਾਂ ਨੂੰ ਗੋਲੀਆਂ ਮਾਰ ਕੇ ਉਹਨਾਂ ਉੱਪਰ ਹਮਲਾ ਕੀਤਾ ਗਿਆ। ਕੁਝ ਹੀ ਸਮੇਂ ਵਿੱਚ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਕਿ ਦੱਸ ਦਿੱਤਾ ਗਿਆ ਕਿ ਉਹ ਹੁਣ ਨਹੀਂ ਰਹੇ। ਉਸ ਸਮੇਂ ਪੂਰੇ ਭਾਰਤ ਦੇਸ਼ ਦੇ ਲੋਕਾਂ ਨੇ ਆ ਕੇ ਉਹਨਾਂ ਦੇ ਪਰਿਵਾਰ ਨਾਲ ਮੋਢਾ ਲਾ ਕੇ ਖੜੇ ਅਤੇ ਉਹਨਾਂ ਦੇ ਪਰਿਵਾਰ ਦੀ ਆਵਾਜ਼ ਸਰਕਾਰ ਤੱਕ ਪਹੁੰਚਾਈ। ਪਾਸਟਰ ਸੁਲਤਾਨ ਜੀ ਨੇ ਆਪਣੇ ਜੀਵਨ ਦੇ ਵਿੱਚ ਇਹੀ ਸੰਦੇਸ਼ ਦਿੱਤਾ ਕਿ ਦੁੱਖ ਤਾਂ ਜ਼ਰੂਰ ਆਉਂਦੇ ਨੇ ਸਾਡੀ ਜ਼ਿੰਦਗੀ ਵਿੱਚ, ਪਰ ਸਾਨੂੰ ਕਦੇ ਵੀ ਹਾਰਨਾ ਨਹੀਂ ਚਾਹੀਦਾ। ਪਰਮੇਸ਼ਰ ਤੇ ਵਿਸ਼ਵਾਸ ਰੱਖ ਕੇ ਆਪਣੀ ਮੰਜ਼ਿਲ ਵੱਲ ਹਮੇਸ਼ਾ ਵਧਦੇ ਰਹਿਣਾ ਚਾਹੀਦਾ ਹੈ। ਜੈ ਮਸੀਹ ਕੀ। ਮੈਂ ਮਨਦੀਪ ਜੋਸਫ ਇੱਕ ਵਾਰੀ ਫਿਰ ਹਾਜ਼ਰ ਹਾਂ ਪ੍ਰੋਗਰਾਮ ਜਿੱਤ ਦਾ ਸਫ਼ਰ ਲੈ ਕੇ। ਔਰ ਹਰ ਵਾਰ ਦੀ ਤਰ੍ਹਾਂ ਜਿਸ ਤਰ੍ਹਾਂ ਤੁਸੀਂ ਦੇਖਦੇ ਹੋ ਕਿ ਅਲੱਗ-ਅਲੱਗ ਸੇਵਕਾਈਆਂ ਤੋਂ ਅਲੱਗ-ਅਲੱਗ ਪ੍ਰਭੂ ਦੇ ਦਾਸ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਕਠਿਨਾਈਆਂ ਨੂੰ ਦੇਖਿਆ, ਬਹੁਤ ਸਾਰੇ ਸਫ਼ਰ ਜੋ ਉਹਨਾਂ ਨੇ ਇੱਕ ਮੁਸ਼ਕਲਾਂ ਦੇ ਦੌਰ ਦੇ ਵਿੱਚੋਂ ਨਿਕਲੇ ਨੇ, ਔਰ ਅੱਜ ਉਹ ਕਿਤੇ ਨਾ ਕਿਤੇ ਉਹ ਮਿਨਿਸਟਰੀਆਂ ਜਾ ਕੇ ਸਟੇਬਲ ਹੋਈਆਂ ਨੇ, ਸੈੱਟ ਹੋਈਆਂ ਨੇ। ਤਾਂ ਅਸੀਂ ਅੱਜ ਜਦੋਂ ਉਸ ਮਿਨਿਸਟਰੀਆਂ ਦੀ ਗਲੋਰੀ ਨੂੰ ਦੇਖਦੇ ਹਾਂ ਤਾਂ ਪਰ ਉਹਨਾਂ ਦੇ ਪਿੱਛੇ ਛਿਪੀ ਹੋਈ ਇੱਕ ਸਟੋਰੀ ਹੁੰਦੀ ਹੈ ਜੋ ਕਿਤੇ ਨਾ ਕਿਤੇ ਅਸੀਂ ਅਣਗੌਲਿਆਂ ਕਰ ਜਾਂਦੇ ਹਾਂ। ਅੱਜ ਇਸੇ ਤਰ੍ਹਾਂ ਹੀ ਇੱਕ ਮਿਨਿਸਟਰੀ ਜਿਸ ਦਾ ਨਾਮ ਦੀ ਟੈਂਪਲ ਆਫ ਗੋਡ ਡਿਸਟ੍ਰਿਕਟ ਲੁਧਿਆਣਾ ਦੇ ਵਿੱਚ ਹੈ, ਔਰ ਇਸ ਮਿਨਿਸਟਰੀ ਨੂੰ ਜਦ ਸ਼ੁਰੂ ਕੀਤਾ ਗਿਆ ਸੀ ਤਾਂ ਇਸ ਮਿਨਿਸਟਰੀ ਨੂੰ ਸ਼ੁਰੂ ਕਰਨ ਦੇ ਵਿੱਚ ਇੱਕ ਬਹੁਤ ਹੀ ਸਾਡੇ ਪਿਆਰੇ ਔਰ ਪ੍ਰਭੂ ਦੇ ਦਾਸ ਪਾਸਟਰ ਸੁਲਤਾਨ ਮਸੀਹ ਜੀ ਜਿਨ੍ਹਾਂ ਨੇ ਆਪਣੀ ਜੀ ਤੋੜ ਮਿਹਨਤ ਦੇ ਦੁਆਰਾ ਇਸ ਮਿਨਿਸਟਰੀ ਨੂੰ ਖੜਾ ਕੀਤਾ। ਪਰ ਜਿੱਦਾਂ ਵਚਨ ਲਿਖਿਆ ਹੈ ਕਿ ਬਹੁਤ ਸਾਰੇ ਕਲੇਸ਼ ਹਨ ਜੋ ਪਰਮੇਸ਼ਵਰ ਦੇ ਦਾਸਾਂ ਦੇ ਉੱਪਰ ਆਉਂਦੇ ਹਨ, ਔਰ ਵਚਨ ਕਹਿੰਦਾ ਹੈ ਕਿ ਬਹੁਤ ਸਾਰੇ ਇੱਦਾਂ ਦੇ ਸੇਵਕ ਮੈਂ ਠਹਿਰਾਏ ਹਨ ਕਿ ਜਿਨ੍ਹਾਂ ਨੂੰ ਘਾਤ ਕੀਤਾ ਜਾਵੇਗਾ, ਜਿਨ੍ਹਾਂ ਨੂੰ ਕਿਲ ਕੀਤਾ ਜਾਵੇਗਾ। ਪਰ ਉਹਨਾਂ ਦੀਆਂ ਉਹ ਸਟੋਰੀਆਂ ਨੂੰ ਅਸੀਂ ਪੜ੍ਹਦੇ ਹੋਏ, ਅਸੀਂ ਉਹਨਾਂ ਦੀਆਂ ਸਟੋਰੀਆਂ ਨੂੰ ਦੇਖਦੇ ਹੋਏ ਅੱਜ ਉਹਨਾਂ ਦੀ ਇਸ ਮਿਨਿਸਟਰੀ ਨੂੰ ਉਹਨਾਂ ਦੇ ਬੇਟੇ ਪਾਸਟਰ ਅਲੀਸ਼ਾ ਸੁਲਤਾਨ ਜੀ ਚਲਾ ਰਹੇ ਨੇ ਲੁਧਿਆਣਾ ਸਲੇਮ ਟਾਬਰੀ ਦੇ ਵਿੱਚ। ਔਰ ਆਓ ਅਸੀਂ ਜਾਣੀਏ ਅੱਜ ਉਹਨਾਂ ਦੇ ਨਾਲ ਪਾਸਟਰ ਸੁਲਤਾਨ ਜੀ ਦੇ ਜ਼ਿੰਦਗੀ ਦੇ ਬਾਰੇ। ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ RMS ਇੰਡੀਆ ਨਿਊਜ਼ ਚੈਨਲ ਦੇ ਵਿੱਚ। ਔਰ ਜਿਸ ਤਰ੍ਹਾਂ ਕਿ ਅਸੀਂ ਸਾਰੇ ਹੀ ਜਾਣਦੇ ਹਾਂ ਕਿ ਇੱਕ ਬਹੁਤ ਹੀ ਸਾਡੇ ਹਰਮਨ ਪਿਆਰੇ ਪ੍ਰਭੂ ਦੇ ਦਾਸ ਪਾਸਟਰ ਸੁਲਤਾਨ ਮਸੀਹ ਜੀ ਜੋ ਅੱਜ ਸਵਰਗ ਚਲੇ ਗਏ ਆ, ਪਰ ਇਸ ਮਿਨਿਸਟਰੀ ਨੂੰ ਖੜਾ ਕਰਨ ਦੇ ਪਿੱਛੇ ਇੱਕ ਬਹੁਤ ਵੱਡਾ ਰੋਲ ਸੀ ਉਹਨਾਂ ਦੀ ਜ਼ਿੰਦਗੀ ਦਾ। ਤਾਂ ਅਸੀਂ ਜਾਣਾਂਗੇ ਉਹਨਾਂ ਦੀ ਜ਼ਿੰਦਗੀ ਦੇ ਬਾਰੇ ਕਿ ਸਭ ਤੋਂ ਪਹਿਲਾਂ ਪਾਸਟਰ ਜੀ ਦਾ ਆਪਣਾ ਜੀਵਨ ਕਿਸ ਤਰ੍ਹਾਂ ਬਦਲਿਆ, ਉਹ ਕਿੱਦਾਂ ਪ੍ਰਭੂ ਦੇ ਵਿੱਚ ਆਏ, ਔਰ ਇੱਕ ਪਾਸਟਰ ਜੀ ਦੇ ਰੂਪ ਤੱਕ ਦਾ ਸਫ਼ਰ ਕਿੱਦਾਂ ਸ਼ੁਰੂ ਹੋਇਆ। ਪਾਸਟਰ ਸੁਲਤਾਨ ਮਸੀਹ ਜੋ ਕਿ ਮੇਰੇ ਪਿਤਾ ਸਨ ਔਰ ਮੇਰੀ ਮਾਤਾ ਜੀ ਨੇ, ਔਰ ਉਹਨਾਂ ਦਾ ਜੀਵਨ 8 ਸਾਲ ਤੋਂ ਲੈ ਕੇ 16 ਸਾਲ ਦੀ ਉਮਰ ਤੱਕ ਉਹਨਾਂ ਨੇ ਆਪਣੇ ਜੀਵਨ 'ਚ ਦੁੱਖ ਦੇਖਿਆ, ਔਰ ਮਸੀਹ ਦੇ ਨਾਮ ਉਹਨਾਂ ਤੱਕ ਪਹੁੰਚਿਆ ਔਰ ਉਹਨਾਂ ਨੂੰ ਰਿਸੀਵ ਕੀਤਾ, ਔਰ ਪਰਮੇਸ਼ਵਰ ਨੇ ਉਹਨਾਂ ਦੇ ਜੀਵਨ 'ਚ ਕੰਮ ਕੀਤਾ। ਉਹਨਾਂ ਦੇ ਮੰਮੀ ਬਿਮਾਰ ਰਹਿੰਦੇ ਸਨ ਔਰ ਉਹਨਾਂ ਨੇ ਉੱਥੋਂ ਚੰਗਿਆਈ ਹਾਸਿਲ ਕੀਤੀ ਪਾਸਟਰ ਜਰਨੈਲ ਸਿੰਘ ਜੀ ਦੁਆਰਾ, ਔਰ ਪ੍ਰਾਰਥਨਾ ਦੁਆਰਾ ਜੀਵਨ ਤਬਦੀਲ ਹੋਇਆ, ਬਦਲਿਆ, ਔਰ ਉਹਨਾਂ ਨੇ ਹੌਲੀ ਹੌਲੀ ਪਰਮੇਸ਼ਵਰ ਦੇ ਕੋਲ ਜਾਣਾ ਸ਼ੁਰੂ ਕੀਤਾ, ਵਚਨ ਪੜ੍ਹਨਾ ਸ਼ੁਰੂ ਕੀਤਾ। ਇਸ ਤਰ੍ਹਾਂ ਜੀਵਨ ਬਦਲਦਾ ਗਿਆ ਔਰ ਖੁਦਾ ਦੇ ਕੋਲੇ ਜਾਂਦੇ ਰਹੇ, ਔਰ ਮਸੀਹ ਦੇ ਅੰਦਰ ਜੋ ਬੁਲਾਹਟ ਹੈ ਉਹ ਇੱਛਾ ਪ੍ਰਗਟ ਹੁੰਦੀ ਰਹੀ। ਔਰ ਪਾਸਟਰ ਜੀ ਜਿਸ ਤਰ੍ਹਾਂ ਤੁਸੀਂ ਦੱਸਿਆ ਹੈ ਕਿ ਪਾਸਟਰ ਸੁਲਤਾਨ ਜੀ ਜੋ ਕਿ ਇੱਕ ਨੌਨ ਬਲੀਵਰ ਫੈਮਿਲੀ ਤੋਂ ਆਏ ਔਰ ਉਹ ਪਰਮੇਸ਼ਵਰ ਨੂੰ ਨਹੀਂ ਸੀ ਜਾਣਦੇ, ਤਾਂ ਜਦੋਂ ਪ੍ਰਭੂ ਯੀਸ਼ੂ ਮਸੀਹ ਜੀ ਨੂੰ ਗ੍ਰਹਿਣ ਕਰਨ ਤੋਂ ਪਹਿਲਾਂ ਕਿੱਦਾਂ ਦਾ ਸੁਭਾਅ ਸੀ ਔਰ ਕੀ ਵਿਚਾਰ ਸਨ ਉਹਨਾਂ ਦੇ ਪਰਮੇਸ਼ਵਰ ਦੇ ਬਾਰੇ? ਬਹੁਤ ਹੀ ਆਈਡੀਅਲ ਔਰ ਚਿੜਚਿੜਾ ਰਹਿਣਾ ਔਰ ਗੁੱਸੇ ਵਾਲੇ ਸੀ, ਔਰ ਮਤਲਬ ਬਾਬਾ ਕੁਝ ਜ਼ਿਆਦਾ ਗੱਲਾਂ 'ਤੇ ਧਿਆਨ ਦੇਣ ਵਾਲੇ ਨਹੀਂ, ਆਪਣੇ ਆਪ ਨੂੰ ਇਕੱਲੇ ਪਾਉਣਾ, ਇਸ ਤਰ੍ਹਾਂ ਦਾ ਉਹਦਾ ਸੁਭਾਅ ਸੀ। ਔਰ ਪਰਮੇਸ਼ਵਰ ਨੇ ਵਿੱਚ ਆਉਣ ਤੋਂ ਬਾਅਦ ਉਹਨਾਂ ਦਾ ਜੀਵਨ ਤਬਦੀਲ ਹੋਇਆ, ਉਹ ਅਸੀਂ ਸਭ ਬਿਹਤਰ ਜਾਣਦੇ ਹਾਂ। ਔਰ ਆਂਟੀ ਜੀ ਅਸੀਂ ਤੁਹਾਡੇ ਤੋਂ ਇਹ ਪ੍ਰਸ਼ਨ ਕਰਾਂਗੇ ਕਿ ਜਦੋਂ ਮਿਨਿਸਟਰੀ ਸ਼ੁਰੂ ਹੋਈ ਤੁਹਾਡੀ ਮੈਰਿਜ ਕਿਸ ਤਰ੍ਹਾਂ ਉਹਨਾਂ ਦੇ ਨਾਲ ਹੋਈ, ਔਰ ਤੁਹਾਡੀ ਮੈਰਿਜ ਤੋਂ ਬਾਅਦ ਕੀ ਉਹ ਮਿਨਿਸਟਰੀ ਕਰ ਰਹੀ ਸੀ ਜਾਂ ਉਸ ਤੋਂ ਬਾਅਦ ਮਿਨਿਸਟਰੀ ਸ਼ੁਰੂ ਹੋਈ?
ਮੈਂ ਅੱਜ ਤੋਂ ਪਹਿਲਾਂ ਚਰਚ ਜਾਂਦੇ ਸੀ, ਪਾਸਟਰ ਜਰਨੈਲ ਸਿੰਘ ਦੇ ਚਰਚ ਜਾਂਦੇ ਸੀ ਅਸੀਂ, ਤੇ ਉਦੋਂ ਬਾਅਦ ਮਿਨਿਸਟਰੀ ਸ਼ੁਰੂ ਹੋਈ। ਔਰ ਮਿਨਿਸਟਰੀ ਸ਼ੁਰੂ ਕਰਨ ਦੇ ਵਿੱਚ ਕਿੱਦਾਂ ਦਾ ਉਸ ਵਕਤ ਦਾ ਮਾਹੌਲ ਸੀਗਾ ਕਿ ਜਦੋਂ ਮਿਨਿਸਟਰੀ ਨੂੰ ਸ਼ੁਰੂ ਕੀਤਾ ਗਿਆ, ਤਾਂ ਕਿਸ ਤਰ੍ਹਾਂ ਦੇ ਉਹ ਦਿਨ ਸੀਗੇ, ਉਹ ਅਸੀਂ ਜਾਣਾਂਗੇ, ਦਰਸ਼ਕਾਂ ਦੇ ਨਾਲ ਅਸੀਂ ਇਸ ਚੀਜ਼ ਨੂੰ ਰੂਬਰੂ ਕਰਵਾਵਾਂਗੇ। ਉਸ ਟਾਈਮ ਜਦ ਮਿਨਿਸਟਰੀ ਸ਼ੁਰੂ ਕੀਤੀ, ਸਾਡੇ ਕੋਲੇ ਪ੍ਰਭੂ ਯਿਸੂ ਮਸੀਹ ਨੇ ਕਿਹਾ ਵੀ ਮਿਨਿਸਟਰੀ ਸੇਵਾ ਲਈ ਇਸਤੇਮਾਲ ਕੀਤਾ ਪਾਸਟਰ ਜੀ ਨੇ, ਤੇ ਪ੍ਰਭੂ ਨੇ ਕਿਹਾ ਮੇਰੀ ਸੇਵਾ ਕਰ। ਤੰਬੂ ਉੱਥੇ ਲਾ ਕੇ ਪ੍ਰਭੂ ਦੀ ਸੇਵਾ ਕੀਤੀ, ਔਰ ਪ੍ਰਭੂ ਦੇ ਨਾਲ ਚੱਲਦੇ ਰਹੇ, ਪੈਦਲ ਚੱਲ ਕੇ ਵੀ ਸੇਵਾ ਕੀਤੀ, ਬਹੁਤ ਦੁੱਖ ਵੀ ਚੱਲੇ। ਔਰ 1-2 ਮੈਂਬਰ ਹੁੰਦੇ ਸੀ ਜਦੋਂ ਸਾਡੇ ਚਰਚ ਸ਼ੁਰੂ ਕੀਤਾ ਸੀ ਅਸੀਂ, ਤੇ ਜਦੋਂ ਮਿਨਿਸਟਰੀ ਚੱਲਦੀ ਗਈ ਲੋਕ ਵੱਧਦੇ ਗਏ। ਤੇ ਇੱਦਾਂ ਮਿਨਿਸਟਰੀ ਚਰਚ ਪਹਿਲਾਂ ਤੰਬੂ ਚੱਲਦੀ ਸੀ, ਫਿਰ ਛੋਟਾ ਚਰਚ ਬਣਾਇਆ ਸੀ। ਉਸ ਤੋਂ ਬਾਅਦ ਪ੍ਰਭੂ ਦੀ ਕਿਰਪਾ ਦਿਨੋਂ ਦਿਨ ਲੋਕ ਵੱਧਦੇ ਗਏ, ਸੇਵਾ ਵੱਧਦੀ ਗਈ, ਤੇ ਅਸੀਂ ਪ੍ਰਭੂ ਦੀ ਸੇਵਾ 'ਚ ਲੱਗੇ ਰਹੇ। ਔਰ ਅਸੀਂ ਇਹ ਜਾਣਾਂਗੇ ਕਿ ਉਹ ਮੰਦਭਾਗਾ ਦਿਨ, ਜਿਸ ਦਿਨ ਪਾਸਟਰ ਜੀ 'ਤੇ ਗੋਲੀ ਚਲਾਈ ਗਈ ਅਣਪਛਾਤੇ ਵਿਅਕਤੀਆਂ ਦੇ ਦੁਆਰਾ, ਤਾਂ ਉਸ ਵਕਤ ਤੋਂ ਬਾਅਦ ਉਹ ਵਾਕਾ ਕਿੱਦਾਂ ਹੋਇਆ, ਅਸੀਂ ਦਰਸ਼ਕਾਂ ਨੂੰ ਰੂਬਰੂ ਕਰਵਾਵਾਂਗੇ ਇਸ ਚੀਜ਼ ਦੇ ਨਾਲ। ਔਰ ਉਸ ਤੋਂ ਬਾਅਦ ਫਿਰ ਪਾਸਟਰ ਅਲੀਸ਼ਾ ਜੀ ਤੁਹਾਡੀ ਜ਼ਿੰਦਗੀ ਦੇ ਵਿੱਚ ਕੀ ਚੇਂਜ ਆਈ? ਔਰ ਇਹ ਝੁੱਗੀ ਤੋਂ ਇੱਕ ਸੇਵਕਾਈ ਦੀ ਸਥਾਪਨਾ ਹੋਈ। ਔਰ ਇਹ ਝੁੱਗੀ ਦੇ ਨਾਲ ਸਾਡੇ ਕੋਲ ਜੋ ਜਗ੍ਹਾ, ਜਿਸ ਸਮੇਂ ਅਸੀਂ ਇਸ ਚਰਚ ਵਿੱਚ ਬੈਠੇ ਹਾਂ, ਆਸ-ਪਾਸ ਕੁਝ ਵੀ ਨਹੀਂ ਹੁੰਦਾ ਸੀ, ਸਿਰਫ ਜੰਗਲ ਹੁੰਦਾ ਸੀ, ਬੀਆਬਾਨ ਹੁੰਦਾ ਸੀ, ਪਾਣੀ ਦੀ ਕੋਈ ਸੁਵਿਧਾ ਨਹੀਂ ਸੀ, ਕੋਈ ਲਾਈਟ ਦੀ ਸੁਵਿਧਾ ਨਹੀਂ ਸੀ, ਕਿਸੇ ਤਰ੍ਹਾਂ ਦੀ ਕੋਈ ਸੁਵਿਧਾ ਨਹੀਂ ਹੁੰਦੀ ਸੀ। ਲੇਕਿਨ ਪਰਮੇਸ਼ਰ ਦੀ ਬੁਲਾਹਟ ਦੇ ਨਾਲ ਪਾਸਟਰ ਸੁਲਤਾਨ ਮਸੀਹ ਨੇ ਇਸ ਜਗ੍ਹਾ 'ਤੇ ਆ ਕੇ ਸੇਵਕਾਈ ਨੂੰ ਸਥਾਪਨਾ ਸ਼ੁਰੂ ਕੀਤੀ, ਔਰ ਹੌਲੀ-ਹੌਲੀ ਖੁਦਾ ਬਾਪ ਦੇ ਨਾਮ ਦੇ ਨਾਲ ਵੱਧਦੇ ਗਏ, ਕਲੀਸਿਆ ਦੀ ਸਥਾਪਨਾ ਹੁੰਦੀ ਰਹੀ। ਔਰ 15 ਜੁਲਾਈ 2017 ਜੋ ਅਸੀਂ ਬਿਹਤਰ ਜਾਣਦੇ ਹਾਂ ਕਿ ਕਿਸ ਤਰ੍ਹਾਂ ਉਹਨਾਂ ਉੱਤੇ ਗੋਲੀ ਚਲਾਈ ਗਈ। ਮੈਂ ਔਰ ਮੇਰੀ ਮੰਮੀ ਅਸੀਂ ਬਾਹਰ ਬੈਠੇ ਸੀ ਆਪਣੇ ਗੇਟ ਵਿੱਚ, ਔਰ ਮੈਨੂੰ ਡੈਡੀ ਮੇਰੇ ਕਹਿੰਦੇ ਨੇ ਕਿ ਆਪਣੀ ਮੰਮੀ ਦੀ ਦਵਾਈ ਲਿਆ ਜਾ ਕੇ। ਅਸੀਂ ਵਾਕਿੰਗ ਕਰਦੇ ਰਹੇ, ਜਦੋਂ ਸਾਨੂੰ ਪਤਾ ਲੱਗਾ ਕਿ ਘਰ ਦੇ ਬਾਹਰ ਗੋਲੀ ਚੱਲ ਪਈ। ਪਹਿਲਾਂ ਤਾਂ ਸਮਝ ਨਹੀਂ ਆਈ ਕਿ ਗੋਲੀ ਘਰ ਦੇ ਬਾਹਰ ਚੱਲੀ ਹੈ, ਕਿਸੇ ਦੇ ਚੱਲੀ ਹੋਏਗੀ। ਸਾਨੂੰ ਇਹ ਨਹੀਂ ਪਤਾ ਕਿ ਸਾਡੇ ਹੀ ਫੈਮਿਲੀ ਵਿੱਚੋਂ ਮੇਰੇ ਡੈਡੀ ਉੱਤੇ ਗੋਲੀ ਚਲਾਈ ਗਈ। ਔਰ ਜਦ ਅਸੀਂ ਵਾਪਸ ਆਏ, ਬਹੁਤ ਸਾਰੀ ਭੀੜ ਸੀ ਇਸ ਜਗ੍ਹਾ 'ਤੇ। ਮੈਂ ਮੰਮੀ ਨੂੰ ਤਾਂ ਉੱਥੇ ਛੱਡਿਆ ਹੈ, ਮੈਂ ਆਪ ਹੀ ਪਹਿਲਾਂ ਆਇਆ। ਔਰ ਜਦੋਂ ਮੈਂ ਪੁੱਛਿਆ ਕਿ ਜਨਤਾ ਨੂੰ ਕਿ ਤੁਸੀਂ ਇੱਥੇ ਕਾਹਤੋਂ ਖੜੇ ਹੋ ਸਾਡੇ ਘਰ ਦੇ ਬਾਹਰ, ਤਾਂ ਉਹਨਾਂ ਨੇ ਕਿਹਾ ਕਿ ਤੇਰੇ ਡੈਡੀ ਦੀ ਗੋਲੀ ਲੱਗ ਗਈ ਹੈ। ਤਾਂ ਮੈਂ ਇੱਕਦਮ ਫਾਈਂਡ ਆਊਟ ਕਰਨ ਲੱਗ ਗਿਆ ਕਿੱਥੇ ਮੇਰੇ ਡੈਡੀ। ਕਹਿੰਦੇ DMC ਹਸਪੀਟਲ ਲੈ ਗਏ ਨੇ। ਔਰ ਜਦੋਂ ਉਸ ਜਗ੍ਹਾ ਪਹੁੰਚੇ ਤਾਂ ਡੈਡੀ ਦੇ ਪੰਪਿੰਗ ਕਰ ਰਹੇ ਸੀ, ਸਰੀਰ ਦੀ ਬਲੀਡਿੰਗ ਸਾਰੀ ਬਾਹਰ ਆ ਰਹੀ ਸੀ, ਔਰ ਆਲਮੋਸਟਲੀ ਖਤਮ ਹੀ ਸੀ, ਸੋ ਗਏ ਸੀ ਮਸੀਹ ਦੇ ਵਿੱਚ। ਔਰ ਮੈਂ ਜਾ ਕੇ ਪੈਰ ਫੜਨ ਲੱਗਾ, ਹਿੰਮਤ ਨਹੀਂ ਪਈ ਮੇਰੀ ਪੈਰ ਫੜ ਲਵਾਂ। ਔਰ ਜਦੋਂ ਮੈਂ ਬਾਹਰ ਆਇਆ ਤਾਂ ਪਰਮੇਸ਼ਰ ਦੀ ਆਵਾਜ਼ ਆਉਂਦੀ ਹੈ, ਖੜਾ ਹੋ, ਸੇਵਕਾਈ ਕਰ। ਮੈਂ ਖੁਦਾ ਬਾਪ, ਮੈਨੂੰ ਇਸ ਬਾਰੇ ਨਹੀਂ ਪਤਾ ਕਿ ਮੈਂ ਕਿਸ ਤਰ੍ਹਾਂ ਸੇਵਕਾਈ ਕਰਾਂ, ਮੈਨੂੰ ਇਸ ਪੜਾਅ ਬਾਰੇ ਨਹੀਂ ਪਤਾ। ਪਰਮੇਸ਼ਰ ਨੇ ਕਿਹਾ ਮੈਂ ਤੈਨੂੰ ਸੇਵਕਾਈ ਦੇ ਲਈ ਨਿਯੁਕਤ ਕੀਤਾ ਹੈ, ਬੁਲਾਇਆ ਹੈ, ਤੂੰ ਖੜਾ ਹੋ, ਸੇਵਾ ਕਰ। ਉਸੇ ਵਕਤ ਜਦ ਮੈਂ ਘਰ ਵਾਪਸ ਆਇਆ, ਕਿਉਂਕਿ ਉਸ ਸਮੇਂ DMC ਵਿੱਚ ਮੋਰਚੀ 'ਚ ਡੈਡੀ ਨੂੰ ਸ਼ਿਫਟ ਕਰ ਦਿੱਤਾ ਗਿਆ ਸੀ, ਔਰ ਮੇਰੇ ਮੰਮੀ ਗੇਟ 'ਚ ਖੜੇ ਸੀ ਔਰ ਮੈਨੂੰ ਦੇਖ ਰਹੇ ਸੀ, ਕਿਉਂਕਿ ਹਰ ਕੋਈ ਆ ਕੇ ਕਹਿ ਰਿਹਾ ਸੀ ਕਿ ਪਾਸਟਰ ਸੁਲਤਾਨ ਨਹੀਂ ਰਹੇ। ਔਰ ਸੀੜੀਆਂ 'ਤੇ ਖੜੇ ਨੇ, ਮੈਨੂੰ ਦੇਖਦੇ ਨੇ ਔਰ ਮੈਨੂੰ ਕਹਿੰਦੇ ਨੇ ਡੈਡੀ। ਤਾਂ ਮੈਂ ਜੱਫੀ ਪਾਈ ਔਰ ਮੈਂ ਕਿਹਾ ਕਿ ਡੈਡੀ ਤਾਂ ਨਹੀਂ ਰਹੇ, ਜਿਹੜੀ ਉਹਨਾਂ ਦੀ ਲੈਗੇਸੀ ਹੈ, ਜਿਹੜੀ ਛੱਡ ਕੇ ਗਏ ਨੇ, ਆਪਾਂ ਨੂੰ ਪੂਰੇ ਪਰਿਵਾਰ ਨੂੰ ਇਕਜੁੱਟਤਾ ਵਿੱਚ ਹੋ ਕੇ ਇਸ ਸੇਵਕਾਈ ਨੂੰ ਸੰਭਾਲਣਾ ਹੈ ਔਰ ਖੁਦਾ ਦੀ ਮਨਿਆਦੀ ਨੂੰ ਪੂਰਾ ਕਰਨਾ। ਉਸ ਸਮੇਂ ਸਾਡਾ ਦੌਰ ਇਹ ਸੀ। ਔਰ ਇਸ ਦਿਨ 15 ਜੁਲਾਈ 2017 ਦਿਨ ਸ਼ਨੀਵਾਰ ਦਾ ਸੀ, 8:45 ਤੇ ਗੋਲੀ ਚੱਲੀ ਸੀ। ਅਗਲਾ ਦਿਨ ਜੋ ਸੀ ਐਤਵਾਰ ਦਾ ਸੀ, ਜੋ ਕਿ ਪਾਸਟਰ ਸੁਲਤਾਨ ਨੇ 31 ਮਈ ਨੂੰ ਇਸ ਸੇਵਕਾਈ ਦੀ ਸਥਾਪਨਾ ਕੀਤੀ ਸੀ, ਔਰ ਉਹ ਬੁਨਿਆਦ ਪ੍ਰਚਾਰ ਤੋਂ ਸੀ, ਕਿਉਂਕਿ ਅਗਲਾ ਦਿਨ ਰਵੀਵਾਰ ਦਾ ਸੀ, ਐਤਵਾਰ ਦਾ ਸੀ, ਜਿਹੜਾ ਅਸੀਂ ਮਸੀਹ ਸੰਗਤੀ ਕਰਦੇ ਹਾਂ। ਔਰ ਅਸੀਂ ਪਰਿਵਾਰ ਨੇ ਇਹ ਸਟੈਪ ਲਿੱਤਾ ਕਿ ਚਾਹੇ ਸਾਡੇ ਉੱਤੇ ਤੂਫਾਨ ਆਏ, ਚਾਹੇ ਕਿਸ ਤਰ੍ਹਾਂ ਦੀ ਸਾਡੇ ਉੱਤੇ ਸੰਘਰਸ਼ ਕਿਉਂ ਨਾ ਕਰਨਾ ਪਏ, ਅਸੀਂ ਮਸੀਹ ਦਾ ਜੋ ਪ੍ਰਚਾਰ ਆ, ਬੁਨਿਆਦ ਆ, ਉਹ ਫੜੀ ਰੱਖਾਂਗੇ ਔਰ ਮਸੀਹ ਵਿੱਚ ਬਣੇ ਰਵਾਂਗੇ। ਅਸੀਂ ਖੜੇ ਹੋਏ ਔਰ ਤਿਆਰ ਹੋਏ। ਉਸ ਤੋਂ ਬਾਅਦ ਅਸੀਂ ਦਿਨ ਹੈ, ਬੋਡੀ ਜਿਹੜੀ ਹੈ ਉਹ DMC ਵਿੱਚ ਹੈ। ਅਸੀਂ 16 ਜੁਲਾਈ ਪਹਿਲਾਂ ਇਬਾਦਤ ਕੀਤੀ, ਪਰਮੇਸ਼ਰ ਦਾ ਧੰਨਵਾਦ ਕੀਤਾ
और उस दिन परमेश्वर ने जो कलाम च गल की, हू शैल सैपरेट फ्रॉम अस, कौन सानू मसीह के प्यार तो अलग कर सकता है। और असी संगती पूरे परिवार ने मसीह ਜਿਹੜੇ ਆਪਣੇ ਨਾਲ ਸਹਿਬਾਗੀ ਨੇ ਉਹਨਾਂ ਸਭਨਾਂ ਨੇ ਇਸ ਪਹਿਲਾਂ ਆ ਕੇ ਪ੍ਰਾਰਥਨਾ ਆਰਾਧਨਾ ਕੀਤੀ। ਉਸ ਤੋਂ ਬਾਅਦ ਅਸੀਂ ਜੋ ਅਗਲਾ ਹੈ ਸਟੈਪ ਲਿੱਤਾ। ਔਰ ਪਾਸਟਰ ਜੀ ਕਿੰਨੇ ਸਾਲ ਸ਼ਹਾਦਤ ਤੋਂ ਪਹਿਲਾਂ ਪਾਸਟਰ ਸੁਲਤਾਨ ਮਸੀਹ ਜੀ ਦੇ ਦੁਆਰਾ ਕਿੰਨੇ ਸਾਲ ਉਹਨਾਂ ਨੇ ਪ੍ਰਭੂ ਦੇ ਵਿੱਚ ਇੱਕ ਪਾਸਟਰ ਜੀ ਦੇ ਰੂਪ 'ਚ ਉਹਨਾਂ ਨੇ ਬਤੀਤ ਕੀਤੇ, ਔਰ ਕਿੱਦਾਂ ਦਾ ਸਮਾਂ ਸੀਗਾ ਉਹ, ਕਿ ਕਿਸ ਤਰੀਕੇ ਦੇ ਨਾਲ ਉਹ ਸੇਵਕਾਈ ਕਰਦੇ ਸੀ? ਉਹਨਾਂ ਨੇ 31 ਮਈ ਤੋਂ 1999 ਤੋਂ ਲੈ ਕੇ 2017 ਤੱਕ ਸੇਵਕਾਈ ਕੀਤੀ, ਜੋ ਮੋਸਟਲੀ ਦਾਇਰਾ ਬੰਦਾ 30-31 ਸਾਲ ਦਾ ਦਾਇਰਾ ਬੰਦਾ। ਉਹਨਾਂ ਨੇ 30-31 ਸਾਲ ਖੁਦਾ ਦੀ ਖਿਦਮਤ ਕੀਤੀ। ਔਰ ਇਸ ਸੇਵਕਾਈ ਦੇ ਵਿੱਚ ਜੋ ਉਹਨਾਂ ਦਾ ਮੁੱਖ ਉਦੇਸ਼ ਸੀ ਉਹ ਸੀ ਸੁਸਮਾਚਾਰ ਦਾ ਪ੍ਰਚਾਰ ਕਰਨਾ, ਅਲੱਗ-ਅਲੱਗ ਜਗ੍ਹਾ 'ਤੇ ਜਾ ਕੇ ਐਵੈਂਜਲਿਜ਼ਮ ਕਰਨਾ, ਗਵਾਹੀ ਬਾਰੇ ਦੱਸਣਾ, ਖੁਦਾ ਦੇ ਕੰਮਾਂ ਦਾ ਵਰਣਨ ਕਰਨਾ। ਔਰ ਲੋਕਾਂ ਦੇ ਜਦੋਂ ਖੁਦਾ ਉਹਨਾਂ ਦੇ ਜੀਵਨ 'ਚ ਕੰਮ ਕਰਦਾ ਸੀ ਤਾਂ ਉਹ ਆਟੋਮੈਟਿਕਲੀ ਪਰਮੇਸ਼ਰ ਦੇ ਹਜ਼ੂਰ ਆਉਂਦੇ ਸੀ। ਇਸ ਤਰ੍ਹਾਂ ਦੀ ਜਿਹੜੀ ਸੇਵਕਾਈ ਦੀ ਬੁਨਿਆਦ ਬਣਦੀ ਰਹੀ। ਔਰ ਇਸ ਸੇਵਕਾਈ ਦੇ ਨਾਲ ਨਾਲ ਪਰਮੇਸ਼ਰ ਨੇ ਜੋ ਉਹਨਾਂ ਨੂੰ ਹੋਰ ਅੱਛੇ ਗੁਣ ਦਿੱਤੇ ਸੀ ਉਹ ਇਹ ਸੀ, ਇਸ ਸੇਵਕਾਈ ਦੇ ਦੌਰਾਨ 10 ਜਿਹੜੀਆਂ ਛੋਟੀਆਂ ਬੱਚੀਆਂ ਨੇ ਉਹਨਾਂ ਨੂੰ ਅਡੋਪਟ ਕਰਕੇ ਮਸੀਹ ਦੇ ਨਾਮ ਨੂੰ ਮੁੱਖ ਰੱਖਦੇ ਹੋਏ ਉਹਨਾਂ ਦੀ ਪਾਲ ਪੋਸ਼ਣ ਕੀਤੀ, ਦੇਖ ਰੇਖ ਕੀਤੀ, ਪੜ੍ਹਾਈ ਲਿਖਾਈ ਦਾ ਸਾਰਾ ਖਰਚਾ ਔਰ ਜੋ ਵੀ ਕਰ ਸਕਦੇ ਸੀ। ਔਰ ਹੌਲੀ ਹੌਲੀ ਜਿੱਦਾਂ ਜਿੱਦਾਂ ਵੱਧਦੀਆਂ ਗਈਆਂ, ਮਸੀਹ ਵਿੱਚ ਵੀ ਵੱਧਦੀਆਂ ਗਈਆਂ, ਪੜ੍ਹਦੀਆਂ ਵੀ ਗਈਆਂ। ਉਸ ਤੋਂ ਬਾਅਦ ਨਾਲ ਕਰੀਬ 25 ਜਿਹੜੀਆਂ ਕੁੜੀਆਂ ਨੇ, ਜਿਹਨੂੰ ਆਪਾਂ ਗਰਲਸ ਕਹਿੰਦੇ ਹਾਂ, ਅੰਗਰੇਜ਼ੀ ਦਾ ਸ਼ਬਦ ਹੈ, ਉਹਨਾਂ ਦੀ ਵਿਆਹ ਕੀਤੇ। ਔਰ ਅਲੱਗ-ਅਲੱਗ ਤਰ੍ਹਾਂ ਮੈਡੀਕਲ ਕੈਂਪਸ ਲਗਾ ਕੇ ਹੋਰ ਵੀ ਜੋ ਵੀ ਸਮਾਜਿਕ ਕੰਮ ਨੇ ਉਹਨਾਂ ਨੂੰ ਕਰਦੇ ਹੋਏ ਮਸੀਹ ਦੀ ਜਿਹੜੀ ਹੈ ਕੰਮਾਂ ਨੂੰ ਪੂਰਾ ਕੀਤਾ ਔਰ ਲੋਕਾਂ ਨੂੰ ਮਸੀਹ ਰਾਜੇ ਬਾਰੇ ਜੋੜਿਆ। ਔਰ ਪਾਸਟਰ ਜੀ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਬਹੁਤ ਸਾਰੇ ਜਿਹੜੇ ਸਮਾਜ ਨੂੰ ਅੱਗੇ ਲੈ ਕੇ ਜਾਣ ਵਾਲੇ ਕੰਮ ਸੀਗੇ ਜੋ ਪਰਮੇਸ਼ਵਰ ਦੇ ਦਾਸ ਪਾਸਟਰ ਸੁਲਤਾਨ ਮਸੀਹ ਜੀ ਦੇ ਦੁਆਰਾ ਕੀਤੇ ਜਾਂਦੇ ਸੀਗੇ, ਤਾਂ ਇਸ ਤੋਂ ਇਲਾਵਾ ਜਦੋਂ ਉਹ ਮਿਨਿਸਟਰੀ ਕਰਦੇ ਸੀਗੇ ਤਾਂ ਪਰਮੇਸ਼ਵਰ ਸਮੇਂ-ਸਮੇਂ 'ਤੇ ਉਹਨਾਂ ਨੂੰ ਆਪਣੇ ਚਿੰਨ੍ਹ ਚਮਤਕਾਰਾਂ ਦੇ ਨਾਲ ਵੀ ਦਿਖਾ ਰਹੇ ਹੋਣਗੇ ਕਿ ਮੈਂ ਤੁਹਾਡੇ ਤੇਰੇ ਨਾਲ ਆ, ਉਹ ਜਿਸ ਦੌੜ ਨੂੰ ਤੂੰ ਕਰ ਰਿਹਾ ਹੈ ਤਾਂ ਉਸ ਦੌੜ ਦੇ ਵਿੱਚ ਮੈਂ ਤੇਰਾ ਇੱਕ ਸਹਿਬਾਗੀ ਹਾਂ। ਤਾਂ ਕੁਛ ਉਹ ਐਕਸਪੀਰੀਅੰਸ ਕਿ ਕਿਸ ਤਰ੍ਹਾਂ ਦੇ ਚਮਤਕਾਰ, ਕਿੱਦਾਂ ਦੀਆਂ ਗਵਾਹੀਆਂ ਉਹਨਾਂ ਦੇ ਟਾਈਮ ਦੇ ਉੱਪਰ ਜੋ ਉਸ ਵਕਤ ਹੋਈਆਂ ਸੀਗੀਆਂ, ਅਗਰ ਤੁਸੀਂ ਉਸ ਬਾਰੇ ਕੁਛ ਜਾਣਦੇ ਹੋ ਤਾਂ ਮੈਂ ਸਮਝਦਾ ਕਿ ਸ਼ਾਇਦ ਤੁਹਾਡੇ ਤੋਂ ਬਿਹਤਰ ਤੁਹਾਡੇ ਮੰਮਾ ਦੱਸ ਪਾਉਣਗੇ, ਕਿਉਂਕਿ ਜਿਸ ਤਰ੍ਹਾਂ ਦਾ ਦੌਰ ਤੁਸੀਂ ਦੱਸਿਆ ਔਰ ਸ਼ਾਇਦ ਉਸ ਵਕਤ ਤੁਹਾਡੀ ਉਮਰ ਵੀ ਛੋਟੀ ਸੀਗੀ। ਤਾਂ ਅਸੀਂ ਮੰਮਾ ਨੂੰ ਪੁੱਛਾਂਗੇ ਕਿ ਮਾਤਾ ਜੀ ਤੁਸੀਂ ਉਸ ਬਾਰੇ ਕੀ ਕਹਿਣਾ ਚਾਹੋਗੇ, ਕਿਸ ਤਰ੍ਹਾਂ ਦੇ ਚਿੰਨ੍ਹ ਚਮਤਕਾਰ ਸੀ ਜੋ ਪ੍ਰਭੂ ਉਸ ਵਕਤ ਕਰ ਰਹੇ ਸੀਗੇ? ਨਾ ਬਹੁਤ ਚਮਤਕਾਰ ਪਰਮੇਸ਼ਰ ਨੇ ਕੀਤੇ। ਲੋਕ ਰੂਹਾਂ ਦੇ ਜਕੜੇ ਆਉਂਦੇ ਸੀ, ਪ੍ਰਾਰਥਨਾ ਕਰਦੇ ਸੀ, ਲੋਕ ਠੀਕ ਹੁੰਦੇ ਸੀ, ਜਗ੍ਹਾ ਜਗ੍ਹਾ ਜਾ ਕੇ ਪ੍ਰਚਾਰ ਕਰਦੇ ਸੀ ਪ੍ਰਭੂ ਦਾ। ਉਹਨਾਂ ਦੁਆਰਾ ਬਹੁਤ ਅੱਛੀ ਪ੍ਰਭੂ ਯਿਸੂ ਮਸੀਹ ਕੰਮ ਕਰਦਾ ਸੀ। ਮੇਨ ਜੋ ਖੁਦਾ ਨੇ ਉਹਨਾਂ ਨੂੰ ਗੁਣ ਦਿੱਤਾ ਸੀ ਇਹ ਸੀ ਦੁਸ਼ਟ ਆਤਮਾ ਦੇ ਜਕੜੇ ਜੀ ਰਿਹਾ ਹੁੰਦੇ ਸੀ। ਅਸੀਂ ਆਪਣੀ ਅੱਖੀ ਇਸ ਨੂੰ ਤਜਰਬਾ ਕੀਤਾ ਹੈ। ਪਰਮੇਸ਼ਰ ਇੱਦਾਂ ਦਾ ਖੁਦਾ ਨੇ ਉਹਨਾਂ ਨੂੰ ਗੁਣ ਦਿੱਤਾ ਸੀ ਕਿ ਦੁਸ਼ਟ ਆਤਮਾ ਥਰਥਰਾਉਂਦੀਆਂ ਸੀ ਔਰ ਉਹ ਜਦੋਂ ਯਿਸੂ ਮਸੀਹ ਦੇ ਨਾਮ ਵਿੱਚ ਉਹਨਾਂ ਨੂੰ ਬੋਲਦੇ ਸੀ ਜਾਂ ਉਹਨਾਂ ਉੱਤੇ ਅਧਿਕਾਰ ਯਿਸੂ ਮਸੀਹ ਦੇ ਵਚਨ ਦੁਆਰਾ ਬੋਲਦੇ ਸੀ ਤਾਂ ਉਸੇ ਵਕਤ ਉਹ ਚਲੀ ਜਾਂਦੀਆਂ ਸੀ, ਉਹ ਆਜ਼ਾਦ ਹੋ ਜਾਂਦਾ ਸੀ, ਲੋਕ ਸ਼ਿਫਾ ਨੂੰ ਪਾਉਂਦੇ ਸੀ। ਲੋਕ ਸ਼ਿਫਾ ਨੂੰ ਪਾਉਂਦੇ ਸੀ। ਔਰ ਅਗਰ ਮੈਂ ਬਿਮਾਰੀ ਦੀ ਗੱਲ ਕਰਾਂ, ਅਗਰ ਇਸ ਤਰ੍ਹਾਂ ਦੇ ਗ੍ਰਸਿਤ ਲੋਕਾਂ ਦੀ ਗੱਲ ਕਰਾਂ, ਏਡਸ ਦੇ ਲੋਕ ਆਜ਼ਾਦ ਹੋਏ ਨੇ ਔਰ ਮਰੇ ਹੋਏ ਜਿਹਨੂੰ ਆਪਾਂ ਕਹਿੰਦੇ ਆ ਉਹ ਆਜ਼ਾਦ ਹੋਏ ਨੇ। ਕਿ ਮੂਵਮੈਂਟ ਇੱਦਾਂ ਦੀ ਸੀ, ਅਗਰ ਮੈਂ ਗਵਾਹੀਆਂ ਦੀ ਗੱਲ ਕਰਾਂ ਤਾਂ ਬਹੁਤ ਸਾਰੀਆਂ ਗਵਾਹੀਆਂ ਨੇ, ਆਪਾਂ ਉਸ ਨੂੰ ਰਿਕਾਰਡ ਵੀ ਕੀਤਾ ਹੋਇਆ ਹੈ ਜੀ। ਔਰ ਜਿਨ੍ਹਾਂ ਕੋਲ ਔਲਾਦ ਨਹੀਂ ਸੀ ਲੰਬੇ ਸਮੇਂ ਤੋਂ ਪਰਮੇਸ਼ਰ ਨੇ ਉਹਨਾਂ ਨੂੰ ਔਲਾਦ ਦਿੱਤੀ, ਬੇਸਹਾਰਾ ਨੂੰ ਘਰ ਦਿੱਤੇ। ਜੋ ਇਸ ਚਰਚ ਦੀ ਬੁਨਿਆਦ ਹੈ, ਤੁਹਾਨੂੰ ਮੈਂ ਦੱਸਿਆ ਹੈ, ਇਸ ਚਰਚ ਦੀ ਜਿਹੜੀ ਬੁਨਿਆਦ ਹੈ ਉਹ ਇਹ ਸੀ, ਜਦੋਂ ਲੋਕ ਇਸ ਚਰਚ ਨਾਲ ਜੁੜੇ ਸੀ ਅੱਜ ਤੋਂ 30-31 ਸਾਲ ਪਹਿਲਾਂ, ਲੋਕਾਂ ਕੋਲ ਰਹਿਣ ਦੇ ਲਈ ਘਰ ਨਹੀਂ ਸੀ, ਖਾਣ ਦੇ ਲਈ ਕੋਈ ਸੁਵਿਧਾ ਨਹੀਂ ਸੀ, ਪਹਿਨਣ ਲਈ ਕੋਈ ਕੱਪੜਾ ਨਹੀਂ ਸੀ। ਅੱਜ ਉਹ ਕਲੀਸਿਆ ਦੇ ਪਿੱਲਰ ਨੇ। ਪਰਮੇਸ਼ਰ ਉਹਨਾਂ ਨੂੰ ਚੰਗੇ ਘਰ ਦਿੱਤੇ ਨੇ, ਚੰਗੀ ਉਹਨੂੰ ਸਥਾਪਨਾ ਦਿੱਤੀ ਹੈ। ਇਹ ਜੋ ਵੀ ਉਸ ਸਮੇਂ ਪੱਲੀਆਂ ਦੇ ਸੌਣ ਵਾਲੇ ਕੱਚੇ ਘਰ ਸੀ, ਅੱਜ ਉਹ ਚੰਗੇ ਖੁਦਾ ਵਿੱਚ ਨੇ, ਚੰਗੇ ਉਹਨਾਂ ਨੂੰ ਘਰ ਦਿੱਤੇ ਨੇ, ਚੰਗੇ ਪਰਿਵਾਰ ਦਿੱਤੇ ਨੇ। ਇਹ ਪਰਮੇਸ਼ਰ ਦਾ ਫਜ਼ਲ ਸੀ, ਫੇਵਰ ਸੀ। ਜਿਸ ਤਰ੍ਹਾਂ ਇਸ ਸੇਵਕਾਈ ਦੀ ਸ਼ੁਰੂਆਤ ਹੋਈ ਹੈ, ਜਿੱਥੇ ਦੇ ਲੋਕ ਜੁੜੇ ਨੇ, ਜਿਸ ਤਰ੍ਹਾਂ ਇਸ ਸੇਵਕਾਈ ਨੂੰ ਦੇਖਦੇ ਨੇ, ਉੱਦਾਂ ਹੀ ਕਲੀਸਿਆ ਦੇ ਲੋਕਾਂ ਨੂੰ ਪਰਮੇਸ਼ਰ ਨੇ ਵਧਾਇਆ ਔਰ ਉਹਨਾਂ ਨੂੰ ਫਾਈਨੈਂਸ਼ੀਅਲੀ ਵੀ ਵਧਾਇਆ, ਉਹਨਾਂ ਨੂੰ ਘਰ ਗ੍ਰਸਤੀ ਬਸ ਖੁਦਾ ਨੇ ਬਹੁਤ ਸਾਰੀਆਂ ਸ਼ਿਫਾਵਾਂ ਦਿੱਤੀਆਂ।
ਔਰ ਜਿਸ ਤਰ੍ਹਾਂ ਵਚਨ ਦੇ ਵਿੱਚ ਲਿਖਿਆ ਹੈ ਕਿ ਪਰਮੇਸ਼ਵਰ ਕਹਿੰਦਾ ਹੈ ਕਿ ਹਰ ਇੱਕ ਗੱਲ ਮਿਲ ਕੇ ਭਲਾਈ ਨੂੰ ਪੈਦਾ ਕਰਦੀ ਹੈ। ਜੀ 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 ਜੀ। ਔਰ ਵਚਨ ਕਹਿੰਦਾ ਹੈ ਕਿ ਤੂੰ ਉਸ ਤੋਂ ਨਾ ਡਰ ਕੇ ਜਿਹੜਾ ਸਰੀਰ ਨੂੰ ਘਾਤ ਕਰਦਾ ਹੈ, ਜੀ ਪਰ ਉਸ ਤੋਂ ਡਰ ਕੇ ਜਿਹੜਾ ਤੇਰੀ ਆਤਮਾ ਨੂੰ ਨਰਕ ਦੇ ਵਿੱਚ ਪਾਉਣ ਦੀ ਸਾਮਰਥ ਰੱਖਦਾ ਹੈ, ਤਾਕਤ ਰੱਖਦਾ ਹੈ। ਜੀ। ਤਾਂ ਅੱਜ ਜਦੋਂ ਪਰਿਵਾਰ ਦੇ ਵਿੱਚ ਸ਼ਹਾਦਤ ਹੋਈ, ਹੂੰ। ਉਸ ਤੋਂ ਬਾਅਦ ਬਹੁਤ ਸਾਰੇ ਲੋਕਾਂ ਦੁਆਰਾ ਵੀ ਕਿਹਾ ਗਿਆ ਹੋਵੇਗਾ ਕਿ ਪਰਿਵਾਰ ਟੁੱਟ ਗਿਆ, ਹੂੰ। ਜਾਂ ਬਹੁਤ ਸਾਰੇ ਜੋ ਸਮਾਜਿਕ ਗੱਲਾਂ ਨੇ ਉਹ ਸ਼ੁਰੂ ਹੋਈਆਂ ਹੋਣਗੀਆਂ। ਜੀ ਜੀ। ਤਾਂ ਉਸ ਵਕਤ ਕੀ ਜ਼ਿਹਨ ਦੇ ਵਿੱਚ ਆਉਂਦਾ ਸੀ, ਕਿਹੜਾ ਉਹ ਵਚਨ ਸੀ ਜਿਹੜਾ ਪਰਿਵਾਰ ਨੂੰ ਸੰਭਾਲ ਕੇ ਰੱਖ ਰਿਹਾ ਸੀ? ਪਰਮੇਸ਼ਵਰ ਕਿਸ ਸਾਮਰਥ ਦੇ ਨਾਲ ਤੁਹਾਨੂੰ ਗਾਈਡ ਕਰ ਰਹੇ ਸੀ ਉਸ ਵਕਤ? ਵਿਅਕਤੀਗਤ ਮੈਂ ਗੱਲ ਕਰਾਂ, 15 ਜੁਲਾਈ ਜੋ ਕਿਉਂਕਿ ਮੇਰਾ ਖੁਦ ਦਾ ਹੰਡਾਇਆ ਹੋਇਆ ਉਹ ਦਿਨ ਨੇ, ਪਰਿਵਾਰ ਨੇ ਜੋ ਸਦਮਾ ਹੈ ਉਹ ਤਾਂ ਸਦਮੇ ਵਿੱਚ ਜੋ ਵਿਅਕਤੀ ਅਟੈਂਪਟ ਕਰਦਾ ਹੈ ਉਹ ਅਸੀਂ ਸਭ ਜਾਣਦੇ ਹਾਂ, ਲੇਕਿਨ ਸਾਨੂੰ ਮੇਨ ਜੋ ਸਾਡਾ ਬੋਝ ਸੀ ਉਹ ਸੀ ਸੇਵਕਾਈ ਜੀ। ਕਿ ਸੇਵਕਾਈ ਕਿਵੇਂ ਚੱਲੇਗੀ, ਕੌਣ ਚਲਾਵੇਗਾ, ਕਿਸ ਤਰ੍ਹਾਂ ਕੋਈ ਅੱਗੇ ਆਵੇਗਾ। ਜੋ ਪਾਸਟਰ ਸੁਲਤਾਨ ਨੇ ਇਸ ਸੇਵਕਾਈ ਨੂੰ ਸ਼ੁਰੂ ਕੀਤਾ ਤੇ ਹੁਣ ਕੰਟੀਨਿਊ ਕਿੱਦਾਂ ਹੋਵੇਗਾ। ਔਰ ਅਗਰ ਮੈਂ ਉਸ 6 ਮਹੀਨੇ ਦੀ ਗੱਲ ਕਰਾਂ, 15 ਜੁਲਾਈ ਤੋਂ ਲੈ ਕੇ ਅਗਲੇ 6 ਮਹੀਨੇ ਦੀ ਗੱਲ ਕਰਾਂ, ਸਾਡਾ 6 ਮਹੀਨੇ ਇਨਵੈਸਟੀਗੇਸ਼ਨ ਵਿੱਚ ਹੀ ਸਾਡਾ ਟਾਈਮ ਲੰਘ ਗਿਆ। ਮੇਰੇ ਮਾਤਾ ਜੀ, ਮੈਂ ਔਰ ਮੇਰੇ ਫੈਮਿਲੀ ਵਿੱਚ ਜਿੰਨੇ ਵੀ ਸਾਡੇ ਸਹਿਯੋਗੀ ਨੇ, ਸਭ ਨੂੰ ਇਨਵੈਸਟੀਗੇਸ਼ਨ ਦੇ ਲਈ 6 ਮਹੀਨੇ ਜਦ ਤੱਕ ਫੜੇ ਨਹੀਂ ਗਏ ਤਦ ਤੱਕ ਸਾਨੂੰ ਹਮੇਸ਼ਾ ਆਉਣਾ, ਪੁੱਛਣਾ ਪੁੱਛਤਾਛ ਕਰਦੇ ਰਹਿੰਦੇ ਸੀ। ਔਰ ਸੇਵਕਾਈ ਨੂੰ ਲੈ ਕੇ ਕਦੇ ਕੁਝ ਗਿਣੇ ਚੁਣਵੇਂ ਲੋਕ ਰਹਿ ਗਏ ਸੀ ਔਰ ਸਾਨੂੰ ਆਉਂਦਾ ਸੀ, ਅਸੀਂ ਰੋਂਦੇ, ਮੈਂ ਵਿਅਕਤੀਗਤ ਮੈਂ ਰੋਂਦਾ ਹੁੰਦਾ ਸੀ ਚਰਚ 'ਚ ਜਾ ਕੇ, ਖੁਦਾ ਬਾਪ ਅਗਰ ਤੂੰ ਹੈ ਤਾਂ ਇਸਤੇਮਾਲ ਕਰ, ਅਗਰ ਤੂੰ ਮੈਨੂੰ ਕਾਲਿੰਗ ਦਿੱਤੀ ਹੈ, ਬੁਲਾਇਆ ਹੈ, ਮੈਨੂੰ ਇਸਤੇਮਾਲ ਕਰ, ਮੈਂ ਰੈਡੀ ਹਾਂ। ਔਰ ਮੈਂ ਉਸ ਵਕਤ ਅਗਰ ਮੈਂ ਗੱਲ ਕਰਾਂ, ਸਾਡੇ ਕੋਲ ਖਾਣ ਦੇ ਲਈ ਵੀ ਨਹੀਂ ਕੁਛ ਹੁੰਦਾ ਸੀ। ਉਹ ਦਿਨ ਅਸੀਂ ਕਿਸ ਤਰ੍ਹਾਂ ਕੱਟੇ ਨੇ, ਪੈਸਾ ਨਹੀਂ ਸੀ ਕੋਈ, ਭੁੱਖੇ ਅਸੀਂ ਰਹਿ ਕੇ ਕਈ ਦਫਾ ਦੇਖਦੇ ਸੀ ਕਿ ਕੋਈ ਲੈ ਕੇ ਆਊਗਾ ਸਾਡੇ ਲਈ ਕੁਝ ਸਮਾਨ ਲੈ ਕੇ ਆਊਗਾ। ਔਰ ਟਾਈਮ ਬੜਾ ਔਖਾ ਸੀ। ਉਹ ਚੀਜ਼ ਮੈਂ ਜਦੋਂ ਯਾਦ ਕਰਦਾ ਤਾਂ ਕਿਉਂਕਿ ਡੈਡੀ ਜਾਣ ਤੋਂ ਬਾਅਦ ਮੇਰੇ ਮੰਮੀ ਜੀ ਜਿਹੜੇ ਨੇ ਉਹ ਸਦਮੇ 'ਚ ਹੀ ਨਹੀਂ ਬਾਹਰ ਨਿਕਲ ਪਾ ਰਹੇ ਸੀ ਔਰ ਮੇਰੇ ਵੀ ਬੜਾ ਫੇਸ ਸੀ ਕਰਨਾ ਸਭ ਚੀਜ਼ਾਂ। ਛੋਟਾ ਮੇਰਾ ਬ੍ਰਦਰ ਹੈ, ਫੈਮਿਲੀ ਵਿੱਚ ਹੋਰ ਚਰਚ ਦੇ ਮੈਂਬਰਸ ਕਾਫੀ ਕੁਝ ਸੀ ਜੁੜਿਆ ਹੋਇਆ ਔਰ ਅਸੀਂ ਸੋਚਦੇ ਸੀ ਕਿੱਦਾਂ ਕੀ ਹੋਏਗਾ। ਮੈਂ ਧੰਨਵਾਦ ਕਰਦਾ ਮਸੀਹ ਲੋਕਾਂ ਦਾ ਜਿਨ੍ਹਾਂ ਨੇ ਦਰਦ ਰੱਖਿਆ, ਸਾਡੇ ਨਾਲ ਆ ਕੇ ਖੜੇ ਨੇ, ਚਾਹੇ ਕਿਸੇ ਤਰ੍ਹਾਂ ਵੀ ਖੜੇ ਨੇ ਔਰ ਅੱਜ ਤੱਕ ਮਸੀਹ ਨੇ ਸਾਨੂੰ ਬਣਾ ਕੇ ਰੱਖਿਆ। ਇਹ ਅੱਜ ਜੇ ਇਹਨਾਂ ਸਾਰੀਆਂ ਚੀਜ਼ਾਂ 'ਚ ਅਸੀਂ ਖੜੇ ਹਾਂ, ਇਹ ਮਸੀਹ ਦਾ ਪ੍ਰਚਾਰ ਸੀ ਜੋ ਪਾਸਟਰ ਸੁਲਤਾਨ ਨੇ ਸਾਡੇ ਵਿੱਚ ਬੀਜਿਆ ਸੀ ਔਰ ਉਹਨਾਂ ਨੇ ਸ਼ੁਰੂਆਤ ਤੋਂ ਸਾਨੂੰ ਇਹ ਸਿਖਾਇਆ ਸੀ ਮਸੀਹ ਤੋਂ ਬਿਨਾ ਕੁਝ ਵੀ ਨਹੀਂ ਹੈ। ਅਗਰ ਯਿਸੂ ਹੈ ਤੇ ਯਿਸੂ ਮਸੀਹ ਦੇ ਵਿੱਚ ਹੀ ਸਭ ਕੁਝ, ਅਗਰ ਅਮੈਨੂਅਲ ਹੈ ਤੇ ਅਮੈਨੂਅਲ ਸਾਡੇ ਨਾਲ ਹੈ। ਇਹ ਸਭ ਚੀਜ਼ਾਂ ਸ਼ੁਰੂ ਤੋਂ ਸਾਨੂੰ ਸਿਖਾਈਆਂ ਔਰ ਸਾਨੂੰ ਪ੍ਰਾਰਥਨਾ ਬਾਰੇ ਸਵੇਰੇ 4 ਵਜੇ ਉਠਾ ਲੈਣਾ, ਪ੍ਰਾਰਥਨਾ ਕਰਾਣੀ, 4 ਤੋਂ 6 ਪ੍ਰਾਰਥਨਾ ਕਰਾਣੀ, ਹਮੇਸ਼ਾ ਵਚਨ ਦੇ ਵਿੱਚ ਸਿਖਾਉਂਦੇ ਰਹਿਣਾ, ਖੁਦ ਕਹਿਣਾ ਬਾਈਬਲ ਪੜ੍ਹੋ, ਸੰਗਤੀ ਵਿੱਚ ਜੁੜੇ ਰੱਖੋ, ਸਾਨੂੰ ਇਬਾਦਤ ਲਈ ਲੈ ਜਾਣਾ। ਮਤਲਬ ਸ਼ੁਰੂ ਤੋਂ ਸਾਡਾ ਝੁਕਾਅ ਜਿਹੜਾ ਉਹ ਤੋਂ ਜੁੜਿਆ ਹੋਇਆ ਸੀ ਔਰ ਸਾਨੂੰ ਇਹ ਕਹਿੰਦੇ ਸੀ ਅਗਰ ਅੱਜ ਤੱਕ ਮੈਨੂੰ ਕੋਈ ਲੈ ਕੇ ਆਇਆ ਤਾਂ ਯਿਸੂ ਮਸੀਹ ਲੈ ਕੇ ਆਇਆ, ਬਿਨਾਂ ਯਿਸੂ ਮਸੀਹ ਤੋਂ ਜ਼ਿੰਦਗੀ ਨਹੀਂ ਹੈ। ਅਗਰ ਤੁਸੀਂ ਯਿਸੂ ਮਸੀਹ ਨੂੰ ਫੜੀ ਰੱਖੋਗੇ ਤਾਂ ਤੁਸੀਂ ਜ਼ਿੰਦਗੀ ਬਾਦਸ਼ਾਹੀ ਦੀ ਜ਼ਿੰਦਗੀ ਜੀਓਗੇ। ਅਗਰ ਯਿਸੂ ਮਸੀਹ ਨਹੀਂ ਹੋਏਗਾ ਤਾਂ ਕੁਝ ਵੀ ਕੋਈ ਵੀ ਨਹੀਂ ਆ ਕੇ ਕਿਸ ਤਰ੍ਹਾਂ ਪੁੱਛੇਗਾ। ਸੱਚਮੁੱਚ ਜੇ ਇਸ ਤਰ੍ਹਾਂ ਦੀ ਸ਼ਹਾਦਤ ਆਈ, ਇਸ ਸਮੇਂ ਦਾ ਸਮੇਂ ਆਇਆ, ਇਸ ਦੌਰ ਆਇਆ, ਉਹਨਾਂ ਜੋ ਵਚਨ ਸਿਖਾਏ ਨੇ, ਉਹਨਾਂ ਜੋ ਸਾਨੂੰ ਆਇਤਾਂ ਜ਼ਬੂਰ ਪੜ੍ਹਾਉਣੇ, ਕਹਾਵਤਾਂ ਵਿੱਚੋਂ ਪੜ੍ਹਾਉਣਾ, ਜਿੱਦਾਂ ਸੁਲੇਮਾਨ ਆਪਣੇ ਪੁੱਤਰ ਬਾਰੇ ਦੱਸਦਾ ਹੈ, ਉਹ ਸਭ ਚੀਜ਼ਾਂ ਨੂੰ ਦੱਸਣਾ ਔਰ ਪਰਮੇਸ਼ਵਰ ਦੇ ਅਚੰਭੇ ਕੰਮਾਂ ਨੂੰ ਸਾਨੂੰ ਦੱਸਣਾ ਸੀ, ਕਹਿਣਾ ਹਾਂ ਵੀ ਯਿਸੂ ਮਸੀਹ ਹੈ। ਉਸ ਵਚਨ ਨੂੰ ਅਸੀਂ ਬੁਨਿਆਦ ਨੂੰ ਫੜੀ ਰੱਖਿਆ ਔਰ ਉਸੇ ਵਚਨ ਨੇ ਸਾਨੂੰ ਅੱਜ ਤੱਕ ਮਸੀਹ ਵਿੱਚ ਬਣਾਏ ਰੱਖਿਆ। ਇਹ ਸਪਸ਼ਟੀਕਰਨ ਹੈ ਕਿ ਯਿਸੂ ਮਸੀਹ ਦੇ ਨਾਮ ਵਿੱਚ ਜੋ ਅਸੀਂ ਬਣੇ ਆ, ਇਹ ਮਸੀਹ ਦਾ ਵਚਨ ਹੈ ਜੋ ਸਾਨੂੰ ਜੋੜੀ ਰੱਖਿਆ। ਔਰ ਮਾਤਾ ਜੀ, ਆਪਾਂ ਤੁਹਾਨੂੰ ਪੁੱਛਦੇ ਹਾਂ ਕਿ ਜਦੋਂ ਮਿਨਿਸਟਰੀ ਇੱਕ ਝੁੱਗੀ ਤੋਂ ਸ਼ੁਰੂ ਹੋਈ, ਜਦੋਂ ਮਿਨਿਸਟਰੀ ਇੱਕ ਝੁੱਗੀ ਤੋਂ ਸ਼ੁਰੂ ਕੀਤੀ ਗਈ, ਤਾਂ ਅੱਜ ਦਾ ਜੋ ਸਮਾਂ ਹੈ ਕਿ ਪਰਮੇਸ਼ਵਰ ਨੇ ਬਹੁਤ ਅੱਛੀ ਇੱਕ ਬਿਲਡਿੰਗ ਦਿੱਤੀ ਹੈ ਔਰ ਉਹਦੇ ਵਿੱਚ ਬਹੁਤ ਅੱਛਾ ਬਿਊਟੀਫੁਲ ਤੁਹਾਡਾ ਘਰ ਵੀ ਹੈ, ਤੁਸੀਂ ਰਹਿ ਰਹੇ ਹੋ। ਪਰ ਉਸ ਵਕਤ ਮਨ ਦੇ ਵਿੱਚ ਕਿਤੇ ਕੋਈ ਖਿਆਲ ਆਉਂਦਾ ਸੀਗਾ ਕਿ ਸ਼ਾਇਦ ਪਾਸਟਰ ਜੀ ਨੇ ਕੋਈ ਗਲਤ ਸਟੈਪ ਲੈ ਲਿਆ ਕਿ ਇੱਕ ਆਰਾਮ ਦੀ ਜਿਹੜੀ ਜ਼ਿੰਦਗੀ ਹੈ ਉਹਨੂੰ ਛੱਡ ਕੇ ਤਾਂ ਇਸ ਕਿਹੜੇ ਚੱਕਰਾਂ ਦੇ ਵਿੱਚ ਇਹ ਪੈ ਗਏ ਨੇ ਕਿ ਮੈਂ ਜਿਹੜੀ ਪਿੱਛੋਂ ਮੈਰਿਜ ਹੋਈ, ਮੈਂ ਇੱਕ ਅੱਛੇ ਪਰਿਵਾਰ ਤੋਂ, ਪਰ ਅੱਜ ਝੁੱਗੀ ਦੇ ਵਿੱਚ ਮੈਨੂੰ ਨਾਲ ਰਹਿਣਾ ਪੈ ਰਿਹਾ, ਮੱਖੀਆਂ ਮੱਛਰ, ਕੋਈ ਸੁਵਿਧਾ ਨਹੀਂ ਹੈ ਜ਼ਿੰਦਗੀ ਦੀ। ਨਹੀਂ, ਇਸ ਜਿੱਦਾਂ ਪ੍ਰਭੂ ਦੀ
ਦਾਸ ਸੇਵਾ ਕਰਦੇ ਸੀ, ਪ੍ਰਭੂ ਦੇ ਕਹਿਣੇ ਅਨੁਸਾਰ ਚੱਲਦੇ ਸੀ ਅਸੀਂ। ਮੈਂ ਵੀ ਇੱਕ ਪ੍ਰਭੂ ਜੇ ਜੀਵਨ ਦੇਤਾ ਪ੍ਰਭੂ ਨੂੰ ਆਪਣਾ, ਜੇ ਭੁੱਖੇ ਰਹਿਣਗੇ ਮੈਂ ਭੁੱਖੇ ਰਹਿ। ਮੇਰੇ ਮਾਂ ਬਾਪ ਵੀ ਮੈਨੂੰ ਛੱਡ ਗਏ ਸੀ ਔਰ ਕਹਿੰਦੇ ਵੀ ਤੂੰ ਝੁੱਗੀ 'ਚ ਰਹਿਣ ਲੱਗ ਗਈ, ਵੀ ਚੰਗੇ ਖਾਨਦਾਨ ਦੀ ਲੜਕੀ ਸੀ ਤੂੰ, ਰਿਸ਼ਤੇਦਾਰਾਂ ਨੂੰ ਕੀ ਕਹਿਣਗੇ, ਉਹਦੇ ਨਾਲ ਕੁੜੀ ਝੁੱਗੀ 'ਚ ਰਹਿੰਦੀ। ਮੈਂ ਕਿਹਾ ਤੂੰ ਹੀ ਛੱਡਣਾ ਛੱਡ ਦਾ, ਪਰ ਪ੍ਰਭੂ ਨਹੀਂ ਛੱਡਦਾ। ਮੈਂ ਕਿਹਾ ਜਿੱਦਾਂ ਦਾਸ ਪ੍ਰਭੂ ਦੀ ਸੇਵਾ ਕਰਦੇ ਮੈਂ ਵੀ ਨਾਲੇ ਸੇਵਕ, ਜਿੱਥੇ ਰਹਿਣਗੇ ਉੱਥੇ ਮੈਂ ਰਹੂੰਗੀ। ਜੇ ਤੰਬੂ 'ਚ ਰਹਿੰਦੇ ਮੈਂ ਵੀ ਤੰਬੂ 'ਚ ਝੁੱਗੀ 'ਚ ਹੀ ਰਹੂੰਗੀ। ਮੈਂ ਕਿਹਾ ਜਿੱਦਾਂ ਸਾਡੇ ਕੋਲ ਕੁਛ ਨਹੀਂ ਸੀ, ਅਸੀਂ ਇੱਕ ਮੰਜਾ, ਇੱਕ ਆਪਣੇ ਸਾਡਾ ਘਰ ਹੈਗਾ, ਘਰ ਸੀ ਸਾਡਾ ਆਪਣਾ, ਪ੍ਰਭੂ ਨੇ ਸਾਨੂੰ ਇੱਧਰ ਲੈ ਕੇ ਆਂਦਾ ਵੀ ਮੇਰੀ ਸੇਵਾ ਕਰੋ। ਪਰ ਅਸੀਂ ਸੇਵਾ ਵਿੱਚ ਇੱਕ ਮੰਜਾ, ਸਾਡੇ ਕੋਲ ਕੁਛ ਵੀ ਨਹੀਂ ਸੀ ਔਰ ਸਾਡੇ ਕੋਲ ਕੋਈ ਬਣਾਉਣ ਨੂੰ ਕੁਛ ਨਹੀਂ ਸੀ ਹੁੰਦਾ। ਪਰ ਪ੍ਰਭੂ ਦੀ ਇੱਟਾਂ ਰੱਖ ਕੇ ਚੁੱਲ੍ਹਾ ਬਣਾਉਣਾ, ਉਹਦੀ ਉੱਤੇ ਰੋਟੀ ਬਣਾਉਣੀ, ਅਤੇ ਜਦੋਂ ਹਨੇਰੀ ਤੂਫਾਨ ਆਉਣਾ ਸਾਡਾ ਸਾਰਾ ਕੁਛ ਰੁੜ ਜਾਣਾ। ਉੱਥੇ ਮੁਰਦ ਘਾਟ ਹੈ, ਅਤੇ ਅਸੀਂ ਪੈਂਦੇ ਹੁੰਦੇ ਸੀ, ਹਨੇਰੀ ਆਉਂਦੀ ਸੀ ਤਾਂ ਅਸੀਂ ਡਰਦੇ ਨਹੀਂ ਸੀ ਕੋਈ ਗੱਲਾਂ। ਪ੍ਰਭੂ ਦੀ ਸੇਵਾ ਜਿੱਦਾਂ ਵੀ ਉੱਦਾਂ ਕਰਨੀ, ਅਸੀਂ ਥੰਬਲੇ ਫੜ ਲੈਣੇ ਔਰ ਸਾਡੀ ਰੋਟੀ ਵੀ ਖਿਲਰ ਜਾਣੀ, ਸਾਡਾ ਪਾਣੀ ਵੀ ਡੁੱਲ ਜਾਣਾ, ਅਤੇ ਅਸੀਂ ਕਹਿਣਾ ਪ੍ਰਭੂ ਤੇਰਾ ਧੰਨਵਾਦ, ਇੱਦਾਂ ਹੀ ਸੋ ਜਾਣਾ। ਸਵੇਰੇ ਉੱਠਣਾ ਇੱਦਾਂ ਹੀ ਬਸ ਪ੍ਰਭੂ ਦੀ ਸੇਵਾ 'ਚ ਨਿਕਲ ਜਾਣਾ। ਜਗ੍ਹਾ ਜਗ੍ਹਾ ਜਾ ਕੇ ਪ੍ਰਚਾਰ ਦੱਸਣਾ, ਜਗ੍ਹਾ ਜਗ੍ਹਾ ਜਾ ਕੇ ਪ੍ਰਭੂ ਦੀ ਸੇਵਾ ਕਰਦੇ ਰਹੇ। ਪਰ ਪ੍ਰਭੂ ਨੂੰ ਮੈਂ ਕਿਹਾ ਪ੍ਰਭੂ ਜਿੱਦਾਂ ਹੀ ਤੂੰ ਸੇਵਾ 'ਚ ਬੁਲਾਇਆ ਉੱਦਾਂ ਹੀ ਸੇਵਾ ਕਰੂੰਗੀ, ਜੋ ਭੁੱਖੇ ਰਹੇ ਪਿਆਸੇ ਜਿੱਦਾਂ ਵੀ ਪ੍ਰਭੂ ਦੀ ਸੇਵਾ 'ਚ ਲੱਗੇ ਰਹੇ। ਔਰ ਕਈ ਵੀ ਖਾਣ ਨੂੰ ਨਹੀਂ ਵੀ ਹੁੰਦਾ ਸੀ, ਇੱਦਾਂ ਪ੍ਰਭੂ ਦੀ ਸੇਵਾ ਕਰਕੇ ਸੋ ਜਾਂਦੇ, ਕੁਛ ਨਹੀਂ ਸੀ ਹੁੰਦਾ ਸਾਡੇ ਕੋਲ। ਔਰ ਮੇਰੇ ਬੱਚਾ ਵੀ ਨਹੀਂ ਸੀ ਹੈਗਾ, ਇਹ ਪ੍ਰਭੂ ਨੇ 3 ਸਾਲ ਬਾਅਦ ਮੈਨੂੰ ਪ੍ਰਭੂ ਨੇ ਬੱਚੇ ਦਿੱਤੇ। ਔਰ ਲੋਕ ਕਹਿੰਦੇ ਸੀ ਇਹਨਾਂ ਦੇ ਬੱਚੇ ਹੋਣੇ ਨਹੀਂ। ਸਾਡੀ ਕੁੜੀ, ਸਾਡੇ ਇੱਕ ਇੱਥੇ ਹੈਗੇ ਆ ਮੈਂਬਰ ਸੀ ਸਾਡੇ ਚਰਚ ਵੱਡੇ ਪਾਸੀ ਦੇ, ਉਹ ਕਹਿੰਦੇ ਸਾਡੀ ਕੁੜੀ ਲੈ ਲਓ, ਵੀ ਤੁਹਾਨੂੰ ਪ੍ਰਭੂ ਨੇ ਕੀ ਦਿੱਤਾ ਵੀ ਤੁਸੀਂ। ਅਸੀਂ ਕਿਹਾ ਨਹੀਂ, ਪ੍ਰਭੂ ਨੇ ਸਾਨੂੰ ਜ਼ਿੰਦਗੀ ਦੇ ਦਿੱਤੀ, ਸਾਨੂੰ ਕੁਛ ਵੀ ਨਹੀਂ ਚਾਹੀਦਾ, ਅਸੀਂ ਪ੍ਰਭੂ ਦੇ ਵਿੱਚ ਲੱਗੇ ਰਹਿਣਾ, ਪ੍ਰਭੂ ਸਾਨੂੰ ਆਪੇ ਦੇਊਗਾ, ਜੇ ਉਹਦੀ ਮਰਜ਼ੀ ਤਾਂ ਦੇਊਗਾ। ਜੇ ਬਸ ਪ੍ਰਭੂ ਨੇ ਸਾਨੂੰ 2 ਬੇਟੇ ਦਿੱਤੇ ਮੇਰੇ। ਪ੍ਰਭੂ ਅਸੀਂ ਸੇਵਾ ਕਰਦੇ ਰਹੇ ਪ੍ਰਭੂ ਦੀ, ਜਗ੍ਹਾ 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 ਜਾ ਕੇ ਪ੍ਰਚਾਰ। ਪ੍ਰਭੂ ਨੇ ਸਾਨੂੰ ਕਦੇ ਸ਼ਰਮਿੰਦਾ ਨਹੀਂ ਹੋਣ ਦਿੱਤਾ, ਪ੍ਰਭੂ ਸਾਨੂੰ ਅੱਗੇ ਲੈ ਕੇ ਜਾ ਰਿਹਾ। ਪ੍ਰਭੂ ਨੇ ਸਾਨੂੰ ਕਿਸੇ ਚੀਜ਼ ਦੀ ਕਮੀ ਘਟੀ ਨਹੀਂ ਦਿੱਤੀ। ਉਹ ਜਿਸ ਤਰ੍ਹਾਂ ਤੁਸੀਂ ਗੱਲ ਦੱਸ ਰਹੇ ਸੀ ਆਪਣੀ ਗਵਾਹੀ ਨੂੰ ਕਿ ਮੈਂ ਕਿੱਦਾਂ ਅਧੀਨਗੀ ਦੇ ਵਿੱਚ ਰਹਿ ਕੇ, ਤੁਸੀਂ ਦੱਸਿਆ ਕਿ ਮੈਂ ਉਹ ਸਫ਼ਰ ਨੂੰ ਕੱਟਿਆ, ਤਾਂ ਪਰਮੇਸ਼ਵਰ ਮੇਰੇ ਮਨ 'ਚ ਪਾ ਰਹੇ ਸੀ ਕਿ ਜਿਸ ਤਰ੍ਹਾਂ ਵਚਨ 'ਚ ਲਿਖਿਆ ਹੈ ਕਿ ਜਿਹੜੀ ਸਾਰਾ ਸੀ ਤਾਂ ਉਹ ਅਬਰਾਹਮ ਦੇ ਅਧੀਨ ਰਹਿੰਦੇ ਸੀ ਔਰ ਉਹਨੂੰ ਸਵਾਮੀ ਕਹਿੰਦੇ ਸੀ, ਪਰ ਖੁਦ ਦੇ ਕੋਲ ਵੀ ਔਲਾਦ ਨਹੀਂ ਸੀ। ਪਰ ਲਿਖਿਆ ਕਿ ਜਿਹੜੇ ਨਾਲ ਦੇ ਦਾਸ ਦਾਸੀਆਂ ਸੀ ਉਹਨਾਂ ਦੇ ਬੇਬੀ ਹੋ ਰਹੀ ਸੀ, ਘਰਾਂ ਦੇ ਵਿੱਚ ਉਹ ਅੱਗੇ ਵੱਧ ਰਹੇ ਸੀ। ਤਾਂ ਪਰ ਉਸੇ ਵਚਨ ਨੂੰ ਇੱਕ ਮੈਨੂੰ ਪਰਮੇਸ਼ਵਰ ਫੀਲ ਕਰਾ ਰਹੇ ਸੀਗੇ ਕਿ ਇੱਕ ਸਾਰਾ ਵਾਲਾ ਜਿਹੜਾ ਜੀਵਨ ਸੀ ਉਹ ਤੁਸੀਂ ਪ੍ਰਭੂ ਦੇ ਦਾਸ ਦੇ ਨਾਲ ਇੱਕ ਤੰਬੂਆਂ ਦੇ ਵਿੱਚ ਕੱਟਿਆ, ਜਿੱਥੇ ਉਹ ਸਫ਼ਰ ਕਰਦੇ ਸੀ ਤੁਸੀਂ ਸਫ਼ਰ ਕੀਤਾ। ਤਾਂ ਅੱਜ ਜਦੋਂ ਪ੍ਰਭੂ ਦੇ ਦਾਸ ਸਵਰਗ ਦੇ ਵਿੱਚ ਚਲ ਗਏ ਔਰ ਵਚਨ ਕਹਿੰਦਾ ਹੈ ਕਿ ਜਿਹੜੇ ਮਸੀਹ ਦੇ ਵਿੱਚ ਸੋ ਗਏ ਸਭ ਤੋਂ ਪਹਿਲਾਂ ਉਹ ਜਵਾਈ ਜਾਣਗੇ, ਤਾਂ ਅੱਜ ਕੀ ਉਹਨਾਂ ਦੇ ਸਵਰਗ ਜਾਣ ਤੋਂ ਬਾਅਦ ਮਨ ਦੇ ਵਿੱਚ ਕੀ ਆਉਂਦਾ ਹੈ ਕਿ ਅੱਜ ਜੋ ਮਿਨਿਸਟਰੀ ਹੈ, ਤੁਹਾਡਾ ਬੇਟਾ ਪਾਸਟਰ ਅਲੀਸ਼ਾ ਜੀ ਇਸ ਮਿਨਿਸਟਰੀ ਨੂੰ ਚਲਾ ਰਹੇ ਆ, ਪਰ ਜਦੋਂ ਪਾਸਟਰ ਜੀ ਸੇਵਕਾਈ ਨੂੰ ਕਰ ਰਹੇ ਸੀ ਉਸ ਵਕਤ ਅਲੀਸ਼ਾ ਦਾ ਜੀਵਨ ਕਿੱਦਾਂ ਦਾ ਸੀਗਾ? ਅਲੀਸ਼ਾ ਪ੍ਰਭੂ ਦੇ ਦਾਦੀ ਸੀ, ਮਨਸਾ ਵੀ ਸੇਵਾ ਕਰੇ ਜੀ। ਜਗ੍ਹਾ ਮੇਰੇ ਨਾਲ ਬਾਈਬਲ ਟ੍ਰੇਨਿੰਗ ਭੇਜਿਆ ਇਹਨੂੰ ਜੀ। ਉਹਨਾਂ ਦੀ ਇਹ ਸੀ ਵੀ ਮੈਂ ਪ੍ਰਭੂ ਦੀ ਬੱਚਿਆਂ ਨੂੰ ਆਪਣੇ ਪ੍ਰਭੂ ਦੀ ਸੇਵਾ ਲਈ ਇਸਤੇਮਾਲ ਕਰਨਾ, ਮੈਨੂੰ ਹੋਰ ਕੰਮ ਨਹੀਂ, ਪ੍ਰਭੂ ਦੀ ਸੇਵਾ ਕਰਨੀ। ਤਾਂ ਮੈਂ ਦੁੱਖ ਤੋਂ ਸਹਿ ਕੇ ਪ੍ਰਭੂ ਦੀ ਸੇਵਾ ਕੀਤੀ। ਇੱਦਾਂ ਮੇਰੇ ਬੱਚੇ ਹੁਣ ਵਧੀਆ ਬਣਨ ਔਰ ਪ੍ਰਭੂ ਵਿੱਚ ਮੈਂ ਤਾਂ ਦੁੱਖ ਸਹੇ, ਇਹ ਵਧੀਆ ਹੋ ਕੇ ਪ੍ਰਭੂ ਦੀ ਸੇਵਾ ਕਰਨ। ਪਾਸਟਰ ਅਲੀਸ਼ਾ ਜੀ, ਆਪਾਂ ਤੁਹਾਡੇ ਤੋਂ ਪੁੱਛਾਂਗੇ ਕਿ ਜਦੋਂ ਪਾਸਟਰ ਸੁਲਤਾਨ ਜੀ ਸੇਵਾ ਕਰਦੇ ਸੀਗੇ ਤਾਂ ਉਹਨਾਂ ਦੇ ਮਨ ਦੀ ਇਹੀ ਮਨਸ਼ਾ ਸੀਗੀ ਕਿ ਮੇਰਾ ਬੇਟਾ ਵੀ ਇੱਕ ਦਿਨ ਮੇਰੇ ਵਾਂਗੂ ਹੀ ਰੱਬ ਦਾ ਸੇਵਕ ਬਣੇ, ਪਰ ਉਦੋਂ ਤੁਹਾਡਾ ਲਾਈਫ ਕੀ ਸੀਗੀ? ਕਿੱਦਾਂ ਮਨ ਕਰਦਾ ਸੀਗਾ ਕਿ ਜੋ ਦੁਨਿਆਵੀ ਲੋਕ ਕਰਦੇ ਆ, ਦੋਸਤ ਫਰੈਂਡ ਹੋਣੇ ਆ ਉਸ ਵਕਤ, ਤਾਂ ਤੁਹਾਡਾ ਆਪਣਾ ਜੀਵਨ ਕੀ ਸੀਗਾ? ਮਿਨਿਸਟਰੀ ਵੱਲ ਆਉਂਦਾ ਸੀ ਜਾਂ ਦੁਨੀਆ ਦੇ ਵਿੱਚ ਵਿਚਰਨ ਦਾ ਸੀਗਾ? ਦੇਖੋ, ਜਿਹੜੀ ਬੁਨਿਆਦ ਸੀ ਉਹ ਸੀ ਜਿਹੜੀ ਪਾਸਟਰ ਸੁਲਤਾਨ ਨੇ ਸਾਡੇ ਜੀਵਨ 'ਚ ਧਾਰੀ ਹੋਈ ਸੀ, ਪ੍ਰਾਰਥਨਾ ਕਰਨਾ, ਸੰਗਤੀ ਵਿੱਚ ਜੋੜੀ ਰੱਖਣਾ। ਉਹ ਇਹ ਦਰਸਾਉਂਦਾ ਸੀ ਕਿ ਉਹ ਸਾਨੂੰ ਚਾਹੁੰਦੇ ਨੇ ਸੇਵਕਾਈ ਦੇ ਵਿੱਚ ਅੱਗੇ ਲੈ ਕੇ ਆਉਣਾ। ਲੇਕਿਨ ਜਦੋਂ ਉਹਨਾਂ ਦੇ ਦੁੱਖਾਂ ਨੂੰ ਦੇਖਦੇ ਸੀ, ਉਹਨਾਂ ਦੇ ਹਾਲਾਤਾਂ ਨੂੰ ਦੇਖਦੇ ਸੀ, ਸਾਨੂੰ ਜਦੋਂ ਪੈਸੇ ਦੀ ਲੋੜ ਹੁੰਦੀ ਸੀ ਆਪਣੇ ਬੈਗ ਖਾਲੀ ਕਰ ਦਿੰਦੇ ਸੀ ਕਿ 1 ਰੁਪਈਆ ਨਹੀਂ ਰੱਖਣਾ ਕੋਲੇ, ਕਈ ਮੀਲ ਤੁਰ ਕੇ ਜਾਣਾ। ਤਾਂ ਇਹ ਦੇਖਦਾ ਸੀ ਯਾਰ, ਜੇ ਇਹਨਾਂ ਨੇ ਇਸ ਵਕਤ ਨਹੀਂ ਸੁੱਖ ਲਿਆ ਸਾਡੇ ਤੋਂ ਤਾਂ ਸਾਡਾ ਕੋਈ ਫਾਇਦਾ ਨਹੀਂ ਹੈ। ਤੇ ਇਸ ਕਰਕੇ ਸੇਵਕਾਈ ਦੇ ਨਾਲ ਅਸੀਂ ਕਹਿੰਦੇ ਸੀ ਮਦਦ ਕਰਾਂਗੇ, ਲੇਕਿਨ ਜਿਹੜਾ ਸਾਡਾ ਝੁਕਾਅ ਸੀ ਉਹ ਸੀ ਕਿ ਪੈਸਾ ਕਮਾਈਏ, ਕੁਛ ਹੈਲਪ ਕਰੀਏ ਫੈਮਿਲੀ ਦੀ। ਜਿਸ ਤਰ੍ਹਾਂ ਮੈਨੂੰ ਬਹੁਤ ਸਾਰੀਆਂ
ਸੁਭਾਗਿਆ ਮਿਲਿਆ। ਮੈਂ ਕ੍ਰਿਕਟ ਵਿੱਚ ਚੰਗਾ ਰਿਹਾ, ਪੁਲਿਸ ਦੀ 2 ਵਾਰੀ ਜੁਆਇਨਿੰਗ ਮਿਲੀ ਮੈਨੂੰ, ਬੰਬੇ ਐਕਟਿੰਗ ਦਾ ਮੌਕਾ ਮਿਲਿਆ। ਸੋ ਮੇਰਾ ਝੁਕਾਅ ਹੁੰਦਾ ਸੀ ਕਿ ਮੈਂ ਉੱਧਰ ਨੂੰ ਜਾ ਕੇ ਇੱਕ ਨਾਮ ਸ਼ੌਹਰਤ ਕਮਾਵਾਂ, ਪੈਸਾ ਕਮਾਵਾਂ। ਅਤੇ ਉਹਨਾਂ ਦਾ ਇਹ ਹੁੰਦਾ ਸੀ ਕਿ ਤੂੰ ਮਸੀਹ ਲਈ ਨਾ। ਮੇਰਾ ਜਿਹੜਾ ਜਨਮ ਹੈ 2 ਸਾਲ ਪਹਿਲਾਂ ਪਰਮਿਸ਼ਨ ਨਾਮ ਦਿੱਤਾ ਅਲੀਸ਼ਾ। ਜਦੋਂ ਮੇਰਾ ਬਰਥ ਹੁੰਦਾ ਸੀ ਅਤੇ ਉਹ ਕਹਿੰਦੇ ਸੀ ਕਿ ਕੁੜੀ ਹੋਣੀ ਹੈ, ਡੈਡੀ ਕਹਿੰਦੇ ਨਹੀਂ ਮੁੰਡਾ ਹੀ ਹੋਣਾ, ਪਰਮਿਸ਼ਨ ਨੇ ਮੈਨੂੰ ਨਾਮ ਦੇ ਕੇ ਦਿੱਤਾ। ਤਾਂ ਮੈਨੂੰ ਕਹਿੰਦੇ ਸੀ ਕਿ ਨਾਮ ਦੇ ਕੇ ਪਰਮਿਸ਼ਨ ਤੋਂ ਬੁਲਾਇਆ, ਤੂੰ ਸੇਵਕਾਈ ਦੇ ਲਈ ਨਿਯੁਕਤ ਕੀਤਾ ਹੋਇਆ, ਤੂੰ ਸੇਵਕਾਈ ਹੀ ਕਰਨੀ ਹੈ, ਮੇਰੀ ਪ੍ਰਾਰਥਨਾ ਹੈ। ਮੇਰੇ ਮੰਮੀ ਬੈਠੇ ਨੇ, ਜਦੋਂ ਮੈਂ ਡੈਡੀ ਨਹੀਂ ਜਿਉਂਦਾ, ਮੰਮੀ ਮੇਰੇ ਨਾਲ ਬੈਠੇ ਨੇ, ਇਹਨਾਂ ਨੇ ਕਹਿਣਾ ਤੈਨੂੰ ਦੁਆ ਤੇਰੇ 'ਤੇ ਕੀਤੀ ਹੈ, ਤੇਰੇ ਲਈ ਪ੍ਰਾਰਥਨਾ ਕਰਦੇ ਨੇ ਸੰਤਾਂ ਦੀਆਂ, ਤੂੰ ਸੇਵਕਾਈ ਲਈ। ਮੈਂ ਕਹਿਣਾ ਮੰਮੀ ਇੰਨਾ ਦੁੱਖ ਹੈ, ਮੈਂ ਨਹੀਂ ਸੇਵਕਾਈ ਕਰਨੀ। ਔਰ 2012 'ਚ ਇਸ ਤਰ੍ਹਾਂ ਹੀ ਕਨਵੈਨਸ਼ਨ ਵਿੱਚ ਕਨਵੈਨਸ਼ਨ ਵਿੱਚ ਪਰਮੇਸ਼ਰ ਦਾ ਕਲਾਮ ਆਉਂਦਾ ਜਰਮਾਇਆ 33:3 'ਚ, ਮੈਨੂੰ ਪੁਕਾਰ ਮੈਂ ਤੇਰੀ ਆਵਾਜ਼ ਸੁਣਾਂਗਾ, ਵੱਡੇ ਵੱਡੇ ਲੋਕਾਂ ਕੰਮ ਕਰਾਂਗੇ ਜਿਨ੍ਹਾਂ ਨੂੰ ਤੂੰ ਨਹੀਂ ਜਾਣਦਾ। ਔਰ ਮੈਂ ਕਿਹਾ ਖੁਦਾ ਬਾਪ ਮੈਂ ਤਿਆਰ ਹਾਂ ਸੇਵਕਾਈ ਦੇ ਲਈ, ਮੈਂ ਕਾਲਜ ਜਾਣ ਦੇ ਲਈ ਤਿਆਰ ਹਾਂ। ਜੋ ਮੇਰੇ ਬਾਪ ਦਾ ਇਹ ਹੁੰਦਾ ਸੀ ਕਾਲਜ ਦਾ ਮਤਲਬ ਇਹ ਹੈ ਕਿ ਉਹ ਦੇਖਦੇ ਸੀ ਸੰਤਾਂ ਦੇ ਜਿਹੜੇ ਨੇ ਔਲਾਦ ਨੇ, ਪੜ੍ਹੀ ਲਿਖੀ ਹੈ, ਚੰਗਾ ਸੇਵਕਾਈ ਸਟੇਜ ਦੇ ਉੱਤੇ ਨੇ, ਕੰਮ ਕਰ ਰਹੇ ਨੇ, ਪਰਮੇਸ਼ਰ ਦੇ ਵਰਸ਼ਿਪ ਕਰ ਰਹੇ ਨੇ, ਪ੍ਰਚਾਰ ਕਰ ਰਹੇ ਨੇ। ਸੋ ਸੇਵਕਾਈ ਨੂੰ ਦੇਖਦੇ ਸੀ ਕਿ ਮੇਰੇ ਵੀ ਜਿਹੜੇ ਜਵਾਕ ਨੇ, ਮੇਰੇ ਵੀ ਬੱਚੇ ਨੇ, ਉਹ ਫਰੰਟ 'ਤੇ ਆ ਕੇ ਸੇਵਕਾਈ ਨੂੰ ਕਰਨ, ਦੁਨਿਆਵਿਕ ਚੀਜ਼ਾਂ ਨੂੰ ਨਹੀਂ ਲੇਕਿਨ ਮਸੀਹੀ ਰਾਜ ਬਾਰੇ ਆ ਕੇ ਵਿਸਤਾਰ ਦੇ ਵਿੱਚ ਸੇਵਕਾਈ ਕਰ ਸਕਣ। ਤਾਂ ਉਹਨਾਂ ਨੇ ਮੈਨੂੰ 2012 'ਚ ਕਾਲਜ ਭੇਜਿਆ। ਔਰ ਜਿਹੜੀ ਮੇਰੀ ਲਾਈਫ ਸੀ ਉਹ ਲਗ ਸਕਤੀ ਵਿੱਚ ਸੀ, ਲੇਕਿਨ ਪਰਮੇਸ਼ਰ ਨੇ ਇੱਕਦਮ ਹੀ ਮੂਡ ਕਰ ਦਿੱਤਾ ਉਸ ਜੀਵਨ ਨੂੰ। ਔਰ ਜਦੋਂ ਪਰਮੇਸ਼ਰ ਨੇ ਉਸ ਨੂੰ ਮੂਡ ਕੀਤਾ, ਉਸ ਟਾਈਮ ਤਾਂ ਮੇਰਾ ਜੀਵਨ ਤਬਦੀਲ ਕੀਤਾ। ਔਰ ਮੈਂ ਵੀ ਖੁਦ ਦੇਖਦਾ ਹੁੰਦਾ ਸੀ ਮੈਨੂੰ ਹੋ ਕੀ ਗਿਆ, ਕਿਉਂਕਿ ਮੈਂ ਸਵੇਰੇ ਨਿਕਲ ਜਾਣਾ, ਸ਼ਾਮ ਨੂੰ ਆਉਣਾ ਘਰ, ਮਤਲਬ ਮੇਰੀ ਬਾਹਰ ਹੀ ਬਾਬਾ ਰਹਿਣੀ ਸਹਿਣੀ, ਉੱਠਣੀ ਬੈਠਣੀ ਸਭ ਚੀਜ਼ਾਂ ਸੀ। ਔਰ ਪਰਮੇਸ਼ਰ ਨੇ ਇੱਕਦਮ ਮੈਨੂੰ ਮੂਡ ਕਰਕੇ ਬਦਲ ਦਿੱਤਾ। 2012 ਜਦੋਂ ਕਾਲਜ ਗਿਆ ਤਾਂ ਮੈਂ ਪੜ੍ਹਾਈ ਵੱਲੋਂ ਬਹੁਤ ਵੀਕ ਸੀ ਔਰ ਮੇਰੇ ਕੋਲ ਉਸੇ ਸਟੱਡੀ ਨਹੀਂ ਹੋਈ। ਮੈਂ ਉੱਥੇ ਸੁਸਾਈਡ ਵੀ ਅਟੈਂਪਟ, ਮਤਲਬ ਪੜ੍ਹਾਈ ਦੇ ਨਾਲ ਹੋਰ ਵੀ ਬਹੁਤ ਸਾਰੀਆਂ ਮੁਸ਼ਕਿਲਾਂ ਸੀ, ਸਫਰ ਕਰ ਰਿਹਾ ਸੀ ਮੈਂ, ਅਤੇ ਮੇਰੇ ਕੋਲ ਸਹਿਨ ਨਹੀਂ ਹੋ ਪਾ ਰਿਹਾ ਸੀ। ਮੈਂ ਸੋਚਿਆ ਸੀ ਯਾਰ ਮੈਂ ਆਪਿਆਂ ਨੂੰ ਖਤਮ ਕਰ ਲਵਾਂ। ਔਰ ਪ੍ਰੇਮ ਨਗਰ 'ਚ ਜਿੱਦਾਂ ਮੈਂ ਬੱਸ ਆ ਰਹੀ ਉਹਦੇ ਥੱਲੇ ਆਉਣ ਦੇ ਲਈ ਇੱਕ ਵਾਰੀ ਘਰੋਂ ਚਲਾ ਗਿਆ। ਸੋ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਚੁਣੌਤੀਆਂ ਆਈਆਂ। ਇਹਦੇ ਪਿੱਛੇ ਕੀ ਵਾਰਫੇਅਰ ਸੀ ਉਹ ਨਹੀਂ ਪਤਾ ਸੀ। ਪਰਮੇਸ਼ਰ ਦੀ ਬੁਲਾਹਟ ਕੀ ਸੀ ਔਰ ਸਾਡਾ ਜਿਹੜਾ ਆਪੋਜ਼ਿਟ ਆ ਉਹ ਕੀ ਚਾਹੁੰਦਾ ਸੀ, ਤਾਂ ਕਿ ਮਸੀਹ ਦੀ ਜਿਹੜੀ ਕਾਲਿੰਗ ਆ ਪੂਰੀ ਨਾ ਹੋ ਸਕੇ। 2016 'ਚ ਪਰਮੇਸ਼ਰ ਜਦੋਂ ਮੈਂ ਵਾਪਸ ਆਇਆ, ਆਪਣੇ ਘਰ ਲੌਟਿਆ, ਪਰਮੇਸ਼ਰ ਨੇ ਅਦਭੁਤ ਤਰੀਕੇ ਨਾਲ ਮੇਰੇ ਨਾਲ ਅਨੋਖੇ ਚਮਤਕਾਰਾਂ ਨੂੰ ਕਰ ਦਿਖਾਇਆ। ਮੇਰੇ ਅੰਦਰ ਖੁਦਾ ਨੇ ਵਚਨ ਦੇ ਦੁਆਰਾ ਔਰ ਪਰਿਵਾਰ ਦੁਆਰਾ ਖੁਦਾ ਨੇ ਉਸ ਵਿਸਤਾਰ ਨੂੰ ਦਿਖਾਇਆ। ਉਸ ਸਮੇਂ ਸਮਝਿਆ, ਉਸ ਪਕੜ ਰੱਖਿਆ ਕਿ ਯੀਸ਼ੂ ਮਸੀਹ ਦੀ ਇਹੀ ਇੱਛਾ ਹੈ ਕਿ ਅਸੀਂ ਉਹਦੀ ਮਨਿਆਦੀ ਦੀ ਸੇਵਾ ਕਰ ਸਕੀਏ। ਔਰ ਮੈਂ ਆਪਣਾ ਜੀਵਨ ਜਦ ਤੱਕ ਜਿਉਂਦਾ ਹਾਂ ਯਿਸੂ ਦੇ ਹੀ ਗੁਣ ਗਾਵਾਂਗਾ। ਪੂਰਾ ਪਰਿਵਾਰ ਅੱਜ ਅਸੀਂ ਮਿਲ ਕੇ ਇਹ ਠਾਣਿਆ ਹੈ ਕਿ ਚਾਹੇ ਹੋਰ ਸ਼ਹਾਦਤਾਂ ਹੋਣ ਲੇਕਿਨ ਯਿਸੂ ਦਾ ਨਾਮ ਉੱਚਾ ਕਰਾਂਗੇ ਔਰ ਸਲੀਬ ਪੂਰੀ ਉੱਚੀ ਹੁੰਦੀ ਜਾਵੇ। ਔਰ ਅੱਜ ਪਾਸਟਰ ਜੀ ਜਦੋਂ ਆਪਾਂ ਵਚਨ ਦੇ ਵੱਲ ਨਿਗਾਹ ਕਰਦੇ ਹਾਂ, ਬਾਈਬਲ ਦੇ ਵਿੱਚ ਲਿਖਿਆ ਕਿ ਜਦੋਂ ਪਰਮੇਸ਼ਵਰ ਨੇ ਸਲੀਬ ਤੇ ਚੜਾਉਣ ਵਾਲਿਆਂ ਨੂੰ ਆਖਿਆ ਕਿ ਹੈ ਪਿਤਾ ਇਹ ਨਹੀਂ ਜਾਣਦੇ ਕਿ ਇਹ ਕੀ ਕਰ ਰਹੇ ਨੇ, ਤਾਂ ਉਹਨਾਂ ਨੇ ਆਖਿਆ ਕਿ ਪਿਤਾ ਇਹਨਾਂ ਨੂੰ ਮਾਫ ਕਰ। ਤਾਂ ਜਿਸ ਦਿਨ ਸ਼ਹਾਦਤ ਹੋਈ ਤਾਂ ਉਸ ਤੋਂ ਬਾਅਦ ਜਿਨ੍ਹਾਂ ਲੋਕਾਂ ਨੇ ਉਸ ਮੰਦਭਾਗੀ ਘਟਨਾ ਨੂੰ ਅੰਜਾਮ ਦਿੱਤਾ ਸੀਗਾ, ਤਾਂ ਉਹਨਾਂ ਦੇ ਪ੍ਰਤੀ ਤੁਹਾਡੇ ਕੀ ਵਿਚਾਰ ਉਤਪੰਨ ਹੋਏ, ਤਾਂ ਅੱਜ ਉਹਨਾਂ ਦੇ ਪ੍ਰਤੀ ਤੁਹਾਡੇ ਕੀ ਵਿਚਾਰ ਨੇ? ਜਿਸ ਤਰ੍ਹਾਂ ਤੁਸੀਂ ਕਲਾਮ 'ਚ ਦੱਸਿਆ ਯੀਸ਼ੂ ਮਸੀਹ ਨੇ ਉਹਨਾਂ ਨੂੰ ਮਾਫ ਕੀਤਾ ਔਰ ਬਚਨ ਜੋ ਸਿਖਾਉਂਦੇ ਸੀ ਉਹ ਮਾਫੀ ਦੇ ਬਾਰੇ ਬਹੁਤ ਸਾਨੂੰ ਸਿਖਾਉਂਦੇ ਸੀ ਕਿ ਉਹਨਾਂ ਦਾ ਸੀ ਕਿ ਜਿਉਣਾ ਮਸੀਹੀ ਜਿਉਣਾ ਤੇ ਮਰਨਾ ਮਸੀਹੀ ਜਿਉਣਾ, ਜਿਸ ਤਰ੍ਹਾਂ ਸੰਤ ਪੌਲੁਸ ਕਹਿੰਦਾ। ਤੇ ਉਹਨਾਂ ਨੇ ਇੱਕ ਭਜਨ ਗਾਇਆ ਸੀ, ਜਿਉਣਾ ਹੈ ਯਿਸੂ ਤੇਰੇ ਲਈ ਜਿਉਣਾ ਹੈ, ਮਰਨਾ ਹੈ ਯਿਸੂ ਤੇਰੇ ਲਈ ਮਰਨਾ ਹੈ। ਤਾਂ ਉਹ ਇਹ ਸੀ ਕਿ ਕਦੇ ਵੀ ਕਿਸੇ ਦਾ ਪੜਾਅ ਆ ਜਾਏ ਕਿਸੇ ਜੀਵਨ ਦੇ ਵਿੱਚ, ਕਿਸ ਤਰ੍ਹਾਂ ਸੰਘਰਸ਼ ਆ ਜਾਏ, ਤਾਂ ਮਾਫੀ ਦਾ ਜਿਹੜਾ ਦਿਲ ਸੀ ਉਹਨਾਂ ਦਾ ਬਹੁਤ ਵੱਡਾ ਸੀ। ਜਦੋਂ ਇਸ ਤਰ੍ਹਾਂ ਸਾਡੇ ਦੁਰਘਟਨਾ ਹੋਈ 2016 'ਚ ਵੀ ਇੱਕ ਦੁਰਘਟਨਾ ਹੋਈ। ਮੇਰੇ ਕਜ਼ਨ ਸਿਸਟਰ ਸੀ, ਉਹਨਾਂ ਦਾ ਹੈਮਰ ਥਰੋਬਲ ਲੱਗ ਗਿਆ ਸੀ ਹਾਂਜੀ ਸਟੇਡੀਅਮ ਵਿੱਚ। ਔਰ ਮੈਂ ਦੇਖਿਆ ਸੀ ਅਸੀਂ ਹੋਰ ਕਾਰਵਾਈ 'ਚ ਸੀ, ਲੇਕਿਨ ਉਹਨਾਂ ਨੇ ਕਿਹਾ ਅਲੀਸ਼ਾ ਜਾ ਕੇ ਉਹਨੂੰ ਮਾਫੀਨਾਮਾ ਦੇ ਕੇ ਆ। ਅਸੀਂ ਉਹਨਾਂ ਨੂੰ ਲਿਖਤੀ ਦੇ ਦਿੱਤਾ ਸੀ ਕਿ ਮਾਫ ਕਰਤਾ, ਬਾਈ ਮਿਸਟੇਕ ਹੋ ਗਿਆ। ਮੇਰੀ ਕਜ਼ਨ ਸਿਸਟਰ ਮੇਰੀ ਏਜ ਦੀ ਸੀ, ਹੈਮਰ ਥਰੋਬਲ ਲੱਗ ਗਿਆ ਸਟੇਡੀਅਮ 'ਚ, ਜਵਾਨ ਸੀ, ਉਸ ਸਮੇਂ ਮਾਫੀਨਾਮਾ ਲਿਖਤਾ ਸੀ। ਜਦੋਂ ਇਸ ਤਰ੍ਹਾਂ ਦੀ ਦੁਰਘਟਨਾ ਹੋਈ ਸਾਡੇ ਨਾਲ, ਜਿੱਦਾਂ ਪਾਸਟਰ ਸੁਲਤਾਨ ਜਦੋਂ ਗਏ ਨੇ, ਤਾਂ ਇਹ ਐਸੀ ਸਾਰੀ ਉਮਰ ਉਹਨਾਂ ਨੇ ਖੁਦਾ ਦੇ ਲੇਖੇ ਲਗਾਇਆ, ਸਾਰੀ ਉਮਰ ਪਰਮੇਸ਼ਰ ਦੀ ਖਿਦਮਤ ਕੀਤੀ। ਜੇ ਮਸੀਹ ਦੇ ਕਲਾਮ ਨੇ ਸਾਨੂੰ ਇਹ ਆਜ਼ਾਦ ਦਿੱਤੀ ਹੈ ਕਿ
ਮਾਫੀ ਦਾ ਜਿਹੜਾ ਵਾ ਉਹ ਅਸੀਂ ਉਸ ਸਮੇਂ, ਤੁਸੀਂ ਉਸ ਸਮੇਂ ਦੇ ਅਖਬਾਰ ਵਿੱਚ ਫਾਈਂਡ ਆਊਟ ਕਰ ਸਕਦੇ ਆਪਾਂ, ਅਸੀਂ ਉਸ ਵਕਤ ਨੂੰ ਮਾਫ ਕਰ ਦਿੱਤਾ ਸੀ। ਉਸ ਵਕਤ ਅਸੀਂ ਕਹਿਤਾ ਸੀ ਅਸੀਂ ਯੀਸ਼ੂ ਮਸੀਹ ਦੇ ਨਾਮ ਵਿੱਚ ਇਹਨੂੰ ਮਾਫ ਕਰਦੇ ਹਾਂ। ਸਰਕਾਰ ਜੋ ਚਾਹੇ ਜਿਸ ਤਰ੍ਹਾਂ ਚਾਹੇ, ਇਹਦੇ ਵਿੱਚ ਸਾਡਾ ਕੋਈ ਦਖਲਅੰਦਾਜ਼ੀ ਨਹੀਂ ਹੈ। ਅਸੀਂ ਪਰਿਵਾਰ ਹੁੰਦੇ ਹੋਏ, ਪਰਿਵਾਰਿਕ ਨਾਤੇ ਹੁੰਦੇ ਹੋਏ ਅਸੀਂ ਉਹਨਾਂ ਨੂੰ ਯੀਸ਼ੂ ਮਸੀਹ ਵਿੱਚ ਮਾਫ ਕਰਦੇ ਹਾਂ ਔਰ ਉਹਨਾਂ ਨੂੰ ਲਿਖਤੀ ਤੌਰ 'ਤੇ ਅਸੀਂ ਮਾਫ ਕਰ ਦਿੰਦੇ ਸੀ। ਔਰ ਅੱਜ ਤੱਕ ਸਾਡੇ ਇਹ ਹੈ, ਅੱਜ ਤੱਕ ਅਸੀਂ ਉਸ ਦਿਨ ਤੋਂ ਲੈ ਕੇ ਅੱਜ ਤੱਕ ਅਸੀਂ ਉਹਨਾਂ ਨੂੰ ਦੁਆ ਕਰਦੇ ਹਾਂ ਕਿ ਯੀਸ਼ੂ ਮਸੀਹ ਦੇ ਨਾਮ ਵਿੱਚ ਬਚਾਏ ਜਾਣ, ਨਾਸ਼ ਨਾ ਹੋਣ ਬਲਕਿ ਸਦਾ ਦਾ ਜੀਵਨ ਹਾਸਿਲ ਕਰਨ। ਔਰ ਅੱਜ ਜੋ RMS ਇੰਡੀਆ ਨਿਊਜ਼ ਚੈਨਲ ਦੇ ਉੱਪਰ ਅੱਜ ਤੁਸੀਂ ਬੈਠੇ ਹੋ ਔਰ ਆਪਣੀ ਟੈਸਟਮਨੀ ਨੂੰ ਤੁਸੀਂ ਪੂਰੀ ਦੁਨੀਆ ਦੇ ਨਾਲ ਤੁਸੀਂ ਸ਼ੇਅਰ ਕਰ ਰਹੇ ਹੋ, ਤਾਂ ਕੀ ਮੈਸੇਜ ਹੈ ਤੁਹਾਡਾ ਪ੍ਰਭੂ ਯਿਸੂ ਮਸੀਹ ਦੇ ਵਿੱਚ ਪਿਆਰ ਕਰਨ ਵਾਲੇ ਲੋਕਾਂ ਦੇ ਨਾਲ? ਮੈਂ ਸਭ ਨੂੰ ਇਹ ਸੰਦੇਸ਼ ਦੇਣਾ ਚਾਹਾਂਗਾ, ਸਾਡੇ ਜੀਵਨ 'ਚ ਦੁੱਖ ਤਕਲੀਫ ਆਉਂਦੀਆਂ ਨੇ, ਬਿਮਾਰੀਆਂ ਆਉਂਦੀਆਂ ਨੇ, ਸਤਾਵ ਆਉਂਦਾ ਹੈ, ਲੇਕਿਨ ਜਿਸ ਨੇ ਸਾਨੂੰ ਜ਼ਿੰਦਗੀ ਦਿੱਤੀ ਹੈ ਅਸੀਂ ਉਹਦੇ ਵਿੱਚ ਬਣੇ ਰਹੀਏ। ਜਿਸ ਤਰ੍ਹਾਂ ਅਗਰ ਮੈਂ ਸੰਤ ਪਲੂਸ ਦੀ ਗੱਲ ਕਰਾਂ ਤਾਂ ਉਹ ਦਮਾਸਕਸ ਰੋਡ 'ਤੇ ਉਹਦਾ ਇਨਕਾਊਂਟਰ ਹੁੰਦਾ ਹੈ ਯੀਸ਼ੂ ਮਸੀਹ ਦੇ ਨਾਲ। ਮਾਰ ਜਿਹੜਾ ਮਰਨ ਵਾਲਾ, ਉਹ ਮਾਰ ਖਾਣ ਵਾਲਾ ਬਣ ਗਿਆ ਔਰ ਉਹਨੇ ਜਦੋਂ ਯੀਸ਼ੂ ਮਸੀਹ ਦੇ ਨਾਮ ਨੂੰ ਹਾਸਿਲ ਕੀਤਾ, ਗ੍ਰਹਿਣ ਕੀਤਾ ਔਰ ਇੱਕ ਚੰਗਾ ਪੜ੍ਹਿਆ ਲਿਖਿਆ, ਚੰਗਾ ਕਾਨੂੰਨ ਵਿਵਸਥਾ ਨੂੰ ਜਾਣਨ ਵਾਲਾ, ਉਹਨੇ ਆਪਣੀ ਧੀ ਨੂੰ ਮਸੀਹ ਦੇ ਦਿੱਤਾ ਔਰ ਉਹਨੇ ਕਈ ਵਾਰ ਮਾਰ ਸਹੀ, ਕਈ ਵਾਰ ਸਮੁੰਦਰਾਂ ਵਿੱਚ ਉਹਦਾ ਜਹਾਜ਼ ਟੁੱਟਿਆ, ਲੇਕਿਨ ਉਹਨੇ ਮਸੀਹ ਦਾ ਜਿਹੜਾ ਪ੍ਰਚਾਰ ਹੈ ਉਹਨੂੰ ਛੱਡਿਆ ਨਹੀਂ, ਬਲਕਿ ਉਹ ਆਖਰ ਵਿੱਚ ਇਹ ਕਹਿੰਦਾ ਮੈਂ ਅੱਛੀ ਲੜਾਈ ਲੜ ਚੁੱਕਾ ਹਾਂ, ਆਪਣੀ ਨੇਚਰ ਦੀ ਜਿਹੜੀ ਸੰਭਾਲ ਕੀਤੀ ਹੈ। ਜਦ ਤੱਕ ਅਸੀਂ ਜਿਉਂਦੇ ਹਾਂ ਮਸੀਹ ਦੇ ਵਿੱਚ, ਜਿਸ ਤਰ੍ਹਾਂ ਰੋਮੀਆਂ 8:35 ਵਿੱਚ ਲਿਖਿਆ, ਕੌਣ ਮੈਨੂੰ ਮਸੀਹ ਦੇ ਪਿਆਰ ਤੋਂ ਲੱਗ ਕਰ ਸਕਦਾ ਹੈ। ਸਾਨੂੰ ਸਰੀਰ ਦੁਆਰਾ ਦਰਦ ਹੋ ਸਕਦਾ ਹੈ, ਸਾਨੂੰ ਪਿੰਚ ਕਰ ਸਕਦੇ ਨੇ, ਸਾਨੂੰ ਮਾਰ ਸਕਦੇ ਨੇ, ਲੇਕਿਨ ਸਾਡੇ ਦਿਲਾਂ ਵਿੱਚ ਯੀਸ਼ੂ ਕੋਈ ਨਹੀਂ ਕਰ ਸਕਦਾ। ਜਿਸ ਦਿਲ ਵਿੱਚ ਯੀਸ਼ੂ ਹੈ ਉਸ ਜ਼ਿੰਦਗੀ ਯੀਸ਼ੂ ਦੀ ਹੈ। ਔਰ ਮੈਂ ਇਹ ਸੰਦੇਸ਼ ਦੇਣਾ ਚਾਹਾਂਗਾ, ਚਾਹੇ ਸਾਡੇ ਜੀਵਨ ਵਿੱਚ ਦੁੱਖ ਤਕਲੀਫ ਕਿਸ ਤਰ੍ਹਾਂ ਦੀ ਆਉਣ, ਲੇਕਿਨ ਯੀਸ਼ੂ ਤੋਂ ਸਾਨੂੰ ਕੋਈ ਜੁਦਾ ਨਹੀਂ ਕਰ ਸਕਦਾ। ਜਦ ਤੱਕ ਅਸੀਂ ਜਿਉਂਦੇ ਹਾਂ ਇਸ ਧਰਤੀ ਉੱਤੇ, ਮਸੀਹ ਦਾ ਪ੍ਰਚਾਰ ਕਰੀਏ, ਦੁੱਖਾਂ ਨੂੰ ਸਹਿੰਦੇ ਹੋਏ, ਬਿਮਾਰੀਆਂ ਨੂੰ ਸਹਿੰਦੇ, ਕਿਉਂਕਿ ਯੀਸ਼ੂ ਮਸੀਹ ਨੇ ਖੁਦ ਸਵਯੰ ਕਿਹਾ ਚੇਲਿਆਂ ਨੂੰ ਕਿ ਮੇਰੇ ਜਾਣ ਤੋਂ ਬਾਅਦ ਤੁਸੀਂ ਦੁੱਖਾਂ ਨੂੰ ਸਹੋਗੇ, ਇਸ ਲਈ ਤੁਸੀਂ ਪ੍ਰਾਰਥਨਾ ਕਰਦੇ ਰਹੋ। ਮੈਂ ਕਹਾਂਗਾ ਪ੍ਰਾਰਥਨਾ ਵਿੱਚ ਲੱਗੇ ਰਹੋ, ਵਚਨ ਵਿੱਚ ਲੱਗੇ ਰਹੋ, ਖੁਦਾ ਕੋ ਬਰਦਾਸ਼ਤ ਆਤਮਾ ਮੰਗੋ, ਖੁਦਾ ਬਾਪ ਸਾਨੂੰ ਬਰਦਾਸ਼ਤ ਆਤਮਾ ਦੇ, ਸਹਿਣ ਸ਼ਕਤੀ ਦੇ, ਤਾਂ ਕਿ ਅਸੀਂ ਚੁਣੌਤੀ ਦਾ ਸਾਹਮਣਾ ਕਰਕੇ ਯਿਸੂ ਦੀ ਅੰਤ ਤੱਕ ਉਸ ਬੁਨਿਆਦੀ ਨੂੰ ਪੂਰਾ ਕਰ ਸਕੀਏ। ਪਰਮੇਸ਼ਰ ਦੇ ਕੰਮਾਂ ਵਿੱਚ ਲੱਗੇ ਰਹੀਏ, ਕਿਉਂਕਿ ਫਿਲਤਰੀ ਕਿਤਾਬ ਦਾ 1:20 ਔਰ 21 'ਚ ਲਿਖਿਆ ਹੈ, ਜਿਉਣਾ ਮੇਰੇ ਲਈ ਮਸੀਹ ਤੇ ਮਰਨਾ ਮੇਰੇ ਲਈ ਦਾਨ ਹੈ। ਜੇ ਅਸੀਂ ਜਿਉਂਦੇ ਹਾਂ ਤੇ ਮਸੀਹ ਦਾ ਪ੍ਰਚਾਰ ਕਰਦੇ ਹਾਂ, ਅਸੀਂ ਮਰਦੇ ਨਹੀਂ ਹਾਂ ਬਲਕਿ ਮਸੀਹ ਵਿੱਚ ਸੋ ਜਾਂਦੇ ਹਾਂ, ਅਸੀਂ ਉਸ ਗਲੋਰੀਫਾਈ ਨੂੰ ਅਸੀਂ ਦੇਖਾਂਗੇ, ਉਸ ਆਸਮਾਨੀ ਉੱਤੇ, ਉਸ ਬਾਦਸ਼ਾਹੀ ਦੇ ਉੱਤੇ ਜੋ ਮਸੀਹ ਨੇ ਸਾਡੇ ਲਈ ਰੱਖ ਛੱਡੀ ਹੈ। ਮਤੀ ਕਿਤਾਬ 8:11 ਵਿੱਚ ਲਿਖਿਆ ਹੈ, ਮੈਂ ਅੰਤ ਦੇ ਯੁੱਗ ਤੱਕ ਤੁਹਾਡੇ ਨਾਲ ਹਾਂ। ਇਸ ਲਈ ਘਾਬਰਨਾ ਨਹੀਂ ਕਿਸੇ ਚੀਜ਼ ਤੋਂ, ਅਸੀਂ ਮਸੀਹ ਵਿੱਚ ਬਣੇ ਰਹੀਏ, ਮਸੀਹ ਦਾ ਪ੍ਰਚਾਰ ਕਰੀਏ। ਔਰ ਰੈਵਲੇਸ਼ਨ 1:8 'ਚ ਲਿਖਿਆ ਹੈ, ਮੈਂ ਤੇਰੇ ਦਿਲ ਦੇ ਦਰਵਾਜ਼ੇ ਜਾ ਕੇ ਖੜਕਾਉਂਦਾ। ਜਿਹੜਾ ਮਸੀਹ ਨੂੰ ਆਪਣਾ ਦਿਲ ਜੀਵਨ ਦੇ ਦਿੰਦਾ ਹੈ, ਮਸੀਹ ਉਹਦਾ ਹੈ ਤੇ ਮਸੀਹ ਤੁਹਾਡੇ ਲਈ ਹਮੇਸ਼ਾ ਤਿਆਰ ਹੈ। ਅਗਰ ਯੀਸ਼ੂ ਹੈ ਤੇ ਜ਼ਿੰਦਗੀ ਹੈ, ਅਗਰ ਯੀਸ਼ੂ ਹੈ ਤਾਂ ਸਭ ਕੁਝ, ਅਗਰ ਯੀਸ਼ੂ ਨਹੀਂ ਹੈ ਤਾਂ ਕੁਝ ਵੀ ਨਹੀਂ ਹੈ। ਇਸ ਲਈ ਮਸੀਹ ਵਿੱਚ ਬਣੇ ਰਹੋ, ਦੁੱਖਾਂ ਨੂੰ ਸਹਿੰਦੇ ਹੋਏ, ਪਰੇਸ਼ਾਨੀਆਂ ਨੂੰ ਸਹਿੰਦੇ ਹੋ, ਮਸੀਹ ਦੀ ਇੱਛਾ ਨੂੰ ਪੂਰੀ ਕਰੋ। ਜਿਹੜਾ ਆਪਣੇ ਆਪ ਨੂੰ ਪਰਮੇਸ਼ਰ ਦਾ ਤੈ ਸੌਂਪਦਾ, ਉਹਦੀ ਇੱਛਾ ਨੂੰ ਪੂਰੀ ਕਰਦਾ ਹੈ ਤਾਂ ਮਸੀਹ ਵੀ ਉਹਦੇ ਲਈ ਖੜਾ ਹੈ। ਅਗਰ ਤੁਹਾਡੇ ਜੀਵਨ 'ਚ ਇਸ ਤਰ੍ਹਾਂ ਦੀ ਚੁਣੌਤੀ ਆਉਂਦੀ ਹੈ, ਅਗਰ ਸਾਡੇ ਜੀਵਨ 'ਚ ਇਸ ਤਰ੍ਹਾਂ ਦੀ ਚੁਣੌਤੀ ਆਈ, ਸਾਡਾ ਜਿਸਮਾਨੀ ਜਿਸਮ ਵਿੱਚ ਸਾਡਾ ਬਾਪ ਚਲਾ ਗਿਆ, ਲੇਕਿਨ ਸਾਨੂੰ ਰੂਹ ਪਾਕ ਨੇ ਐਸੀ ਮਦਦ ਸਹਾਇਤਾ ਕੀਤੀ, ਕਿਉਂਕਿ ਯਿਸੂ ਮਸੀਹ ਵੀ ਜਦ ਸਵਰਗੀ ਜਾਣ ਲੱਗੇ ਉਸਨੇ ਕਿਹਾ, ਮੈਂ ਤੁਹਾਡੇ ਲਈ ਇੱਕ ਸਹਾਇਕ ਪੈਦਾ ਕਰਾਂਗਾ ਜਿਹੜਾ ਤੁਹਾਨੂੰ ਕਮਜ਼ੋਰੀਆਂ ਵਿੱਚ, ਨਿਰਬਲਤਾਵਾਂ ਵਿੱਚ ਤੁਹਾਡੀ ਸਹਾਇਤਾ ਕਰੇਗਾ। ਅਗਰ ਤੁਸੀਂ ਇਸ ਚੁਣੌਤੀ ਦਾ ਸਾਹਮਣਾ ਕਰਦੇ ਹੋ, ਯਿਸੂ ਤੁਹਾਡੇ ਨਾਲ ਹੈ, ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਮਸੀਹ ਨੇ ਸਾਨੂੰ ਜੇ ਚੁਣਿਆ ਹੈ, ਸਾਨੂੰ ਬੁਲਾਇਆ, ਤੁਹਾਨੂੰ ਵੀ ਬੁਲਾਇਆ, ਤੁਸੀਂ ਵੀ ਮਸੀਹ ਦੇ ਲਈ ਖੜੇ ਹੋ। ਆਓ ਅਸੀਂ ਇਕਜੁੱਟਤਾ ਦੇ ਮਿਲ ਕੇ ਮਸੀਹ ਦੇ ਲਈ ਆਮਦ ਦੇ ਲਈ ਤਿਆਰੀ ਕਰ ਸਕੀਏ ਔਰ ਮਸੀਹ ਦਾ ਪ੍ਰਚਾਰ ਕਰ ਸਕੀਏ। ਸਭ ਨੂੰ ਜੈ ਮਸੀਹ।